ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਕੰਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨ ਕੇ ਬਿਘਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋਂ ਤਰਾ ਪਰ ਪੁੰਨ 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 ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਜਜਨ ਭਜਨ ਮਮ ਖਾਲਸਾ ਖਾਲਸਾ ਪੂਜਵੇ ਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ। ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਜਕ ਨਾਹਿ ਨ ਭੇਵ। ਮੂਕ ਚਰਹ ਸ਼ਾਸਤਰ ਖਟ ਪਿੰਘ ਗਿਰਨ ਚੜ ਜਾਏ। ਅੰਧ ਲਖ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ਼੍ਰੀ ਅਰਜਨ ਇਸ ਪਾਤ ਸਿੱਖ ਕਰੇ ਦਿਓ ਉਪਦੇਸ਼। ਸਿਮਰਤ ਸਤਨਾਮ ਕੋ ਮੀਟਤ ਸਕਲ ਕਲੇਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਘਰ ਨੌ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ। ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜੁੜ ਬੈਠੀ ਗੁਰਦੇਵ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਹਾਜ਼ਰੀਆਂ ਭਰ ਕੇ ਗੁਰ ਇਤਿਹਾਸ ਦੀ ਕਥਾ ਸਰਵਣ ਕਰਕੇ ਸਤਿਗੁਰਾਂ ਦੀ ਪ੍ਰੀਤ ਗੁਰਦੇਵ ਦਾ ਪ੍ਰੇਮ ਆਪਣੇ ਹਿਰਦੇ 'ਚ ਧਾਰਦੇ ਹੋ। ਸਤਿਗੁਰਾਂ ਦੇ ਇਤਿਹਾਸ ਦੀ ਕਥਾ ਕਥਨ ਕਰਦਿਆਂ ਸੁਣਦਿਆਂ ਗੁਰੂ ਪਾਤਸ਼ਾਹ ਦੀ ਪ੍ਰੀਤ ਗੁਰਦੇਵ ਦਾ ਪ੍ਰੇਮ ਹਿਰਦੇ 'ਚ ਵਸਦਾ ਹੈ। ਜਾਂ ਇਉਂ ਕਹਿ ਲਓ ਗੁਰੂ ਪਾਤਸ਼ਾਹ ਦਾ ਪ੍ਰੇਮ ਹਿਰਦੇ 'ਚ ਜਾਗਦਾ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਦੇਵ ਦੇ ਸੇਵਕ ਭਾਈ ਬਹੋੜਾ ਜੀ ਦਾ ਇਤਿਹਾਸ ਉਹਨਾਂ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਸੁਰਿਆਰੇ ਦੀ ਕਿਰਤ ਕਰਦੇ ਸੀ। ਗੁਰਦੇਵ ਨੇ ਪੁੱਛਿਆ ਸੱਚੋ ਸੱਚ ਦੱਸਿਓ ਕੀ ਕਰਦੇ ਹੋ। ਭਾਈ ਬਹੋੜਾ ਜੀ ਨੇ ਬੇਨਤੀ ਕੀਤੀ ਮਹਾਰਾਜ ਸੁਨਿਆਰੇ ਦਾ ਕੰਮ ਕਰਦਾ, ਜੇ ਮਾਂ ਪਿਓ ਵੀ ਸੋਨਾ ਦੇ ਦੇਣ ਤੇ ਉਹਦੇ ਵਿੱਚੋਂ ਵੀ ਇੱਕ ਹਿੱਸਾ ਜਿਹੜਾ ਮੈਂ ਗੁਪਤ ਕਰ ਲੈਣਾ ਤੇ ਬਾਕੀਆਂ ਨਾਲ ਕਿਵੇਂ ਪੇਸ਼ ਆਉਂਦਾ ਹੋਵਾਂਗਾ ਮੇਰੀ ਇਹ ਕਰਤੂਤ ਹੈ। ਪੰਜਵੇਂ ਪਾਤਸ਼ਾਹ ਨੇ ਆਖਿਆ ਇਹ ਖੋਟੀ ਕਿਰਤ ਛੱਡਣੀ ਆ, ਪਰਮੇਸ਼ਰ ਦਾ ਭਜਨ ਕਰਨਾ, ਧਰਮ ਦੀ ਕਿਰਤ ਕਰਨੀ ਆ ਜਿਹਦੇ 'ਚ ਅਧਰਮ ਨਾ ਹੋਵੇ। ਕਿਰਤ ਕੋਈ ਵੀ ਕਰੋ ਸੰਸਾਰ ਵਿੱਚ ਪਰ ਧਰਮ ਸਹਿਤ ਕਰਨੀ। ਭਜਨ ਕਰੋ ਤੁਹਾਡੇ ਜੀਵਨ ਦੀ ਕਲਿਆਣ ਹੋਵੇਗੀ। ਜਾਓ ਜਾ ਕੇ ਲੰਗਰ ਲਾਓ। ਗੁਰੂ ਨਿਮਿਤ ਜਿਤਨੇ ਅਰਥੀਏ ਆਵਣ ਤਿਨਾਂ ਨੂੰ ਭੋਜਨ ਛਕਾਓ। ਭਾਈ ਬਹੋੜਾ ਜੀ ਗੁਰਦੇਵ ਦੀ ਆਗਿਆ ਲੈ ਕੇ ਨਗਰ ਨੂੰ ਚਲੇ ਗਏ। ਜਿਵੇਂ ਪਾਤਸ਼ਾਹ ਨੇ ਕਿਹਾ ਤਿਵੇਂ ਸੇਵਾ ਟਹਿਲ ਕਰਦੇ ਆਪਣਾ ਜੀਵਨ ਬਤੀਤ ਕੀਤਾ ਔਰ ਸਤਿਗੁਰਾਂ ਦੇ ਸਵਰੂਪ ਵਿੱਚ ਹੀ ਅਭੇਦ ਹੋ ਗਏ, ਇੱਕ ਮਿਕ ਹੋ ਗਏ। ਇਸੇ ਤਰ੍ਹਾਂ ਅੱਜ ਇੱਕ ਹੋਰ ਮਹਾਨ ਗੁਰੂ ਕੇ ਸਿੱਖ ਦੀ ਕਥਾ ਪ੍ਰਾਰੰਭ ਹੋਣ ਲੱਗੀ ਹੈ ਜਿਨ੍ਹਾਂ ਦਾ ਨਾਮ ਹੈ ਭਾਈ ਬਹਿਲੋ। ਭਾਈ ਬਹਿਲੋ ਜੀ ਜੋ ਫਫੜੇ ਭਾਈ ਕੇ ਨਗਰ ਹੈ ਮਾਲਵੇ ਚ ਉੱਥੋਂ ਦੇ ਰਹਿਣ ਵਾਲੇ ਸਨ। ਗੁਰੂ ਅਰਜਨ ਸਾਹਿਬ ਜੀ ਨੇ ਇਹਨਾਂ ਤੇ ਕਿਰਪਾ ਕੀਤੀ ਹੈ। ਇੱਕ ਜਗਨ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ ਵਾਲੀ ਖੇਡ ਵਰਤਾਈ। ਆਓ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਮਹਾਨ ਮੁਜੱਸਮੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਰਜਨ ਇਸ ਪਾਤ ਸਿੱਖ ਕਰੇ ਦਿਓ ਉਪਦੇਸ਼। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਪ੍ਰਕਾਰ ਨਾਲ ਅਨੇਕਾਂ ਸਿੱਖਾਂ ਨੂੰ ਆਪਣਾ ਪਵਿੱਤਰ ਪਾਵਨ ਉਪਦੇਸ਼ ਦੇ ਕੇ ਤਿਨਾਂ ਨੂੰ ਆਪਣੀ ਸਿੱਖੀ ਧਾਰਨ ਕਰਵਾ ਰਹੇ ਹਨ। ਸਿਮਰਤੈ ਸਤਨਾਮ ਕੋ ਮੀਟਤ ਸਕਲ ਕਲੇਸ਼। ਜਿਹੜਾ ਵੀ ਸਤਿਗੁਰਾਂ ਦਾ ਉਪਦੇਸ਼ ਸਰਵਣ ਕਰਦਾ ਹੈ ਉਹ ਭਜਨ ਕਰਦਾ, ਸਿਮਰਨ ਕਰਦਾ ਔਰ ਸਿਮਰਨ ਕਰਦਿਆਂ ਸੱਚੇ ਨਾਮ ਦੇ ਸਿਮਰਨ ਦੀ ਬਰਕਤ ਨਾਲ ਤਿਨਾਂ ਦੇ ਕਲੇਸ਼ ਮਿਟ ਜਾਂਦੇ ਹਨ। ਜਨਮ ਤੇ ਮਰਨ ਦਾ ਬੜਾ ਵੱਡਾ ਕਲੇਸ਼ ਹੈ। ਇਹ ਕਲੇਸ਼ ਪਰਮੇਸ਼ਰ ਦੇ ਸਿਮਰਨ ਨਾਲ ਕੱਟਿਆ ਜਾਂਦਾ ਹੈ। ਜੋ ਪਈ
ਸੁਨ ਸੁਨ ਸ਼੍ਰੀ ਅਰਜਨ ਕੀ ਕੀਰਤ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਕੀਰਤੀ, ਸਤਿਗੁਰਾਂ ਦੀ ਵਡਿਆਈ ਸੁਣ ਸੁਣ ਕੇ ਨਿਤ ਪ੍ਰਤ ਹੋਤ ਅਧਿਕ ਵਿਸਤੀਰਤ। ਹੋਰ ਮਹਿਮਾ ਸਤਿਗੁਰਾਂ ਦੀ ਵੱਧਦੀ ਹੈ। ਹਜ਼ਾਰਾਂ ਲੋਕ ਆ ਕੇ ਸਤਿਗੁਰਾਂ ਦੀ ਸਿੱਖੀ ਧਾਰਦੇ ਹਨ। ਉਹ ਅੱਗੇ ਹੋਰਨਾਂ ਨੂੰ ਜਾ ਕੇ ਮਹਾਰਾਜ ਜੀ ਦੀ ਕੀਰਤੀ ਦੱਸਦੇ, ਸੁਣ ਕੇ ਹੋਰ ਆਉਂਦੇ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕੀਰਤੀ, ਸਤਿਗੁਰਾਂ ਦੀ ਮਹਿਮਾ ਸਾਰੇ ਜਗਤ ਵਿੱਚ ਪਸਰ ਰਹੀ ਹੈ। ਸ਼੍ਰੀ ਗੁਰ ਅਮਰਦਾਸ ਕੀ ਆਗੇ। ਧੰਨ ਸ਼੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਭਾਈ ਜੋ ਸਿੱਖ ਮਹਾ ਵੱਡ ਭਾਗੇ। ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਸਿੱਖ ਹੋਏ ਸਨ, ਮਹਾਰਾਜ ਜੀ ਦੀ ਸਿੱਖੀ ਜਿਨ੍ਹਾਂ ਨੇ ਧਾਰਨ ਕੀਤੀ ਸੀ, ਉਹ ਵੱਡਿਆਂ ਭਾਗਾਂ ਵਾਲੇ ਹਨ। ਜਿਨ੍ਹਾਂ ਵੱਡਿਆਂ ਸਤਿਗੁਰਾਂ ਦੇ ਪਾਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਰਹਿ ਕੇ ਸਿੱਖੀ ਧਾਰਨ ਕੀਤੀ ਸੀ। ਔਰ ਸ਼੍ਰੀ ਰਾਮਦਾਸ ਤੇ ਕਈ। ਔਰ ਕਈ ਸਿੱਖ ਉਹ ਵੀ ਨੇ ਜਿਨ੍ਹਾਂ ਨੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ ਹੈ। ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਗੁਰੂ ਘਰ ਦੀ ਸ਼ਰਨ 'ਚ ਆਏ ਸਨ, ਪਾਈ ਸੁਮਤ ਹੋਏ ਸਿੱਖ ਜੀ। ਔਰ ਉਹ ਸਮਤ ਪ੍ਰਾਪਤ ਕਰਕੇ ਸਿੱਖ ਹੋਏ। ਮਹਾਰਾਜ ਜੀ ਦੀ ਸਿੱਖੀ ਤਿਨਾਂ ਨੇ ਧਾਰਨ ਕੀਤੀ। ਸ਼੍ਰੀ ਅੰਮ੍ਰਿਤਸਰ ਕੀ ਸੁਨਕਾਰ। ਜਦੋਂ ਉਹਨਾਂ ਸਿੱਖਾਂ ਨੇ ਸੁਣਿਆ, ਜਿਹੜੇ ਸਿੱਖ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਸਿੱਖ ਹੋਏ, ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਸਿੱਖ ਹੋਏ, ਜਦੋਂ ਉਹਨਾਂ ਨੂੰ ਖਬਰ ਹੋਈ, ਜਦੋਂ ਪਤਾ ਲੱਗਾ ਕਿ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਵਾ ਰਹੇ ਹਨ, ਜੇ ਸੇਵੇ ਫਲ ਪਾਏ ਉਦਾਰ। ਐਸਾ ਪਾਵਨ ਤਾਲ ਮਹਾਰਾਜ ਜੀ ਲਵਾ ਰਹੇ ਨੇ, ਜਿਸ ਦੀ ਸੇਵਾ ਦਾ ਬੜਾ ਵੱਡਾ ਪੁੰਨ ਹੈ, ਜਿਸ ਦੀ ਸੇਵਾ ਦਾ ਬਹੁਤ ਵੱਡਾ ਮਹਾਤਮ ਹੈ। ਸੋ ਸਭ ਆਵਤ ਘਰ ਕੋ ਤਿਆਗੇ। ਉਹ ਸਿੱਖ ਸੁਣ ਕੇ ਸੇਵਾ ਦਾ ਭਾਵ ਰੱਖ ਕੇ ਹਿਰਦੇ 'ਚ ਆਪਣੇ ਘਰਾਂ ਤੋਂ ਚੱਲ ਕੇ ਆਏ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਸੇਵਾ ਕਰਦੇ ਨੇ, ਅੰਮ੍ਰਿਤ ਤਾਲ ਦੀ ਸੇਵਾ ਕਰਦੇ ਹਨ। ਖਨੇ ਮਿਰਤ ਕਾ ਸੇਵਾ ਲਾਗੇ। ਖੁਦਾਈ ਦੀ ਸੇਵਾ ਚੱਲ ਰਹੀ ਸੀ। ਮਿੱਟੀ ਪੁੱਟਦੇ ਨੇ, ਟੋਕਰੀਆਂ 'ਚ ਭਰ ਕੇ ਬਾਹਰ ਦੂਰ ਸੁੱਟ ਕੇ ਆਉਂਦੇ ਹਨ। ਕੀਤਕ ਕਰੇ ਪੁਜਾਵਨ ਕਾਰ। ਕਈ ਸਿੱਖ ਐਸੇ ਵੀ ਆਏ ਲਾਹੌਰ ਆਦਿਕ ਨਗਰਾਂ ਤੋਂ ਚੱਲ ਕੇ, ਜਿਹੜੇ ਪੁਜਾਵੇ ਲਾਉਂਦੇ। ਪੁਜਾਵੇ ਦਾ ਮਤਲਬ ਵੀ ਆਵੇ ਲਾਉਂਦੇ ਇੱਟਾਂ ਦੇ। ਅੱਜ ਵਾਂਗੂ ਇੱਟਾਂ ਦੇ ਪੱਠੇ ਨਹੀਂ ਸਨ ਹੁੰਦੇ, ਉਦੋਂ ਆਵੇ ਲਾ ਕੇ ਇੱਟਾਂ ਪਕਾਈਆਂ ਜਾਂਦੀਆਂ ਸਨ। ਔਰ ਇੱਟਾਂ ਪਕਾਉਣ ਦੀ ਸੇਵਾ ਟਹਿਲ ਘੁਮਿਆਰ ਕਰਿਆ ਕਰਦੇ ਸੀ। ਤੋ ਬਹੁਤ ਸਾਰੇ ਜਿਹੜੇ ਪ੍ਰਜਾਪਤੀ, ਉਹਨਾਂ ਨੂੰ ਪ੍ਰਜਾਪਤੀ ਕਹਿੰਦੇ ਘੁਮਿਆਰ ਸਿੱਖਾਂ ਨੂੰ, ਉਹ ਪ੍ਰਜਾਪਤੀ ਬਹੁਤ ਸਾਰੇ ਜਿਹੜੇ ਸਨ, ਉਹ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਰਹਿਣ ਲੱਗ ਪਏ। ਔਰ ਆ ਕੇ ਆਵੇ ਲਾਉਣ ਦੀ ਸੇਵਾ ਨਿਭਾਉਂਦੇ ਆ, ਇੱਟਾਂ ਪਕਾਉਂਦੇ ਹਨ। ਮਾਟੀ ਚੀਕਨ ਲਈ ਸੁਧਾਰ। ਕਿਉਂਕਿ ਇੱਟਾਂ ਜਿਹੜੀਆਂ ਪੱਕੀਆਂ ਤਾਂ ਬਣਦੀਆਂ ਜੇ ਚੀਕਣੀ ਮਿੱਟੀ ਹੋਵੇ। ਤੋ ਚੀਕਣੀ ਮਿੱਟੀ ਜਿੱਥੋਂ ਮਿਲਦੀ ਹੈ, ਉਹ ਮਿੱਟੀ ਲਿਆ ਕੇ ਉਸ ਮਿੱਟੀ ਨੂੰ ਗੋ ਕੇ ਫਿਰ ਉਹਦੀਆਂ ਇੱਟਾਂ ਪੱਥਦੇ ਹਨ, ਤੇ ਪੱਥ ਕੇ ਫਿਰ ਉਹਨਾਂ ਇੱਟਾਂ ਦੇ ਆਵੇ ਲਾ ਕੇ ਇੱਟਾਂ ਪਕਾਉਂਦੇ ਹਨ। ਸੰਚੀ ਮਾਈ ਈਟ ਕਾ ਢਾਰੇ। ਸੰਚੇ ਰੱਖੇ ਹੋਏ ਨੇ, ਉਹਨਾਂ ਸੰਚਿਆਂ ਦੇ ਵਿੱਚ ਇੱਟਾਂ ਪਾ ਲੈਂਦੇ। ਮਿੱਟੀ ਪਾ ਕੇ ਨਾ ਗੁੰਨ ਕੇ ਉਹਨਾਂ ਸੰਚਿਆਂ ਦੇ ਵਿੱਚ ਮਿੱਟੀ ਪਾ ਕੇ ਉਹ ਸੰਚਿਆਂ ਦੇ ਮੁਤਾਬਕ ਇੱਟਾਂ ਘੜਦੇ ਹਨ। ਸ਼ੁਸ਼ਕ ਕਰਨ ਕੋ ਇਤ ਉਤਾਰੇ। ਔਰ ਫਿਰ ਉਹਨਾਂ ਨੂੰ ਸੁਕਾਉਣ ਵਾਸਤੇ ਵੀ ਹਵਾ ਲੱਗ ਜੇ, ਸੁੱਕ ਜਾਣ, ਤੇ ਸੁਕਾਉਣ ਵਾਸਤੇ ਉਹਨਾਂ ਇੱਟਾਂ ਨੂੰ ਇੱਧਰ ਉੱਧਰ ਖਿਲਾਰ ਕੇ ਰੱਖ ਦਿੰਦੇ। ਖੁੱਲਾ ਥਾਂ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ, ਅੱਜ ਵਾਂਗੂ ਵਸੋਂ ਨਹੀਂ ਸੀ। ਤੋ ਖੁੱਲੇ ਥਾਂ ਕਰਕੇ ਇੱਧਰ ਉੱਧਰ ਉਹ ਸਾਰੀਆਂ ਇੱਟਾਂ ਖਿਲਾਰ ਦਿੰਦੇ ਤਾਂ ਜੋ ਸੁੱਕ ਜਾਣ। ਕੀਤਕ ਸਿਰ ਧਰ ਟੋਵਨ ਕਰਈ। ਕਈ ਉਹਨਾਂ ਇੱਟਾਂ ਨੂੰ ਪਕਾਉਣ ਦੀ ਸੇਵਾ ਕਰਦੇ ਨੇ ਆਵੇ ਲਾ ਕੇ, ਕਈ ਉਹਨਾਂ ਇੱਟਾਂ ਨੂੰ ਟੋਕਰੀਆਂ 'ਚ ਭਰ ਕੇ ਤੇ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਲਾਗੇ ਲੈ ਕੇ ਆਉਂਦੇ, ਜਿੱਥੇ ਮਿਸਤਰੀ ਲੱਗੇ ਹਨ। ਜਹਾਂ ਪੁਜਾਵੇ ਤੈਂ ਲਈ ਧਰਈ। ਔਰ ਕਈ ਉਹਨਾਂ ਕੱਚੀਆਂ ਇੱਟਾਂ ਨੂੰ ਜਿਹੜੀਆਂ ਸੁੱਕ ਜਾਂਦੀਆਂ ਨੇ, ਉਹਨਾਂ ਨੂੰ ਟੋਕਰੀਆਂ 'ਚ ਭਰ ਕੇ ਉੱਥੇ ਲੈ ਕੇ ਜਾਂਦੇ ਜਿੱਥੇ ਆਵੇ ਲੱਗੇ ਹੋਏ ਨੇ।
ਉਹਨਾਂ ਆਵਿਆਂ ਦੇ ਵਿੱਚ ਜਾ ਕੇ ਇੱਟਾਂ ਨੂੰ ਲਾਉਂਦੇ ਹਨ। ਕੀਤਕ ਗੈ ਕਰ ਨਿਜ ਮਤ ਸੰਗ। ਔਰ ਕਈ ਆਪਣੀ ਮਤ ਮੁਤਾਬਕ ਜਿਹੋ ਜੀ ਕਿਸੇ ਦੀ ਮਤ ਹੈ ਆਪਣੀ ਮਤ ਦੇ ਅਨੁਸਾਰ ਜਿਨੈ ਸੋ ਈਂਧਨ ਕਰੇ ਉਤੰਗ। ਔਰ ਲੱਕੜ ਲਾ ਕੇ ਬਾਲਣ ਲਾ ਕੇ ਜਾਂ ਕੁਝ ਵੀ ਮਿਲ ਜੇ ਅੱਗ ਬਾਲਣ ਵਾਸਤੇ ਉਹਨੂੰ ਉੱਚੀ ਉੱਚੀ ਚਿਣ ਦਿੰਦੇ ਤੇ ਆਲੇ ਦੁਆਲੇ ਪੁਜਾਵੇ ਲਾ ਕੇ ਅੱਗ ਲਾ ਦਿੰਦੇ ਹਨ। ਕੀਤਕ ਕੂੜਾ ਕਰੇ ਸਕੇਲਨ। ਔਰ ਕੂੜਾ ਲੈ ਕੇ ਆਉਂਦੇ ਨਗਰਾਂ ਦੇ ਵਿੱਚੋਂ ਇਕੱਠਾ ਕਰਕੇ, ਕਿਉਂਕਿ ਕੂੜਾ ਸਹਿਜੇ ਸਹਿਜੇ ਧੁਖਦਾ ਰਹਿੰਦਾ ਹੈ, ਉਹਦੇ ਨਾਲ ਲੰਮੇ ਸਮੇਂ ਤੱਕ ਅੱਗ ਬਲਦੀ ਹੈ ਔਰ ਇੱਟਾਂ ਜ਼ਿਆਦਾ ਵਧੀਆ ਪੱਕਦੀਆਂ ਹਨ। ਇਸ ਕਰਕੇ ਕਈ ਸਿੱਖ ਕੂੜਾ ਵੀ ਲੈ ਕੇ ਆਉਂਦੇ ਇਕੱਠਾ ਕਰਕੇ। ਈਟ ਪਕਾਵਨ ਹਿਤ ਕਰ ਮੀਲਨ। ਔਰ ਬੜੇ ਹਿਤ ਨਾਲ ਬੜੇ ਚਾਅ ਨਾਲ ਇੱਟਾਂ ਪਕਾਉਣ ਦੀ ਸੇਵਾ ਕਰਦੇ ਨੇ ਮਿਲ ਕੇ। ਕੋ ਭੋਜਨ ਨਿਜ ਘਰ ਤੇ ਖਾਏ। ਕਈ ਸਿੱਖ ਜਿਹੜੇ ਨੇੜੇ ਤੇੜੇ ਰਹਿਣ ਵਾਲੇ ਸੀ, ਸ਼ਹਿਰ 'ਚ ਜਾਂ ਨੇੜੇ ਨਗਰਾਂ 'ਚ ਰਹਿਣ ਵਾਲੇ ਸੀ, ਉਹ ਪ੍ਰਸ਼ਾਦਾ ਆਪਣੇ ਘਰੇ ਹੀ ਜਾ ਕੇ ਛਕਦੇ। ਉਹ ਕਹਿੰਦੇ ਗੁਰੂ ਘਰ ਤੇ ਭਾਰ ਕਿਉਂ ਪਾਉਣਾ, ਵੀ ਇੱਥੇ ਹੋਰ ਬੇਅੰਤ ਸੰਗਤ ਪਹਿਲਾਂ ਹੀ ਛਕ ਰਹੀ ਹੈ। ਤੇ ਉਹ ਕਈ ਸਿੱਖ ਪ੍ਰਸ਼ਾਦਾ ਵੀ ਆਪਣੇ ਘਰੋਂ ਛਕ ਕੇ ਆ ਜਾਂਦੇ ਤੇ ਛਕ ਕੇ ਫਿਰ ਸੇਵਾ ਦੇ ਵਿੱਚ ਆ ਕੇ ਲੱਗ ਜਾਂਦੇ। ਐਸੇ ਤਿਆਗੀ ਗੁਰਸਿੱਖ ਹਨ। ਸਭ ਦਿਨ ਗੁਰ ਕੀ ਸੇਵ ਕਮਾਏ। ਸਾਰਾ ਦਿਨ ਲੱਗ ਕੇ ਸਤਿਗੁਰਾਂ ਦੀ ਸੇਵਾ ਕਰਦੇ ਹਨ, ਮਹਾਰਾਜ ਜੀ ਦੀ ਟਹਿਲ ਕਰਦੇ ਹਨ। ਕੀਤਕ ਦਰਬ ਅਰਪ ਹੈ ਆਏ। ਕਈ ਧਨਵਾਨ ਸਿੱਖ ਨੇ, ਚਾਹੇ ਅਮੀਰ ਹੈ ਚਾਹੇ ਗਰੀਬ ਹੈ, ਜਿੰਨੇ ਵੀ ਸਿੱਖ ਨੂੰ ਨਾ ਵੇਖਿਆ ਵੀ ਗੁਰੂ ਘਰ ਦੇ ਵਿੱਚ ਸੇਵਾ ਦਾ ਕਾਰਜ ਹੈ ਤੇ ਬੜਾ ਵੱਡਾ ਕਾਰਜ ਹੋ ਰਿਹਾ ਹੈ, ਮਾਇਆ ਵੀ ਓਨੀ ਵੱਧ ਲੱਗਣੀ ਹੈ। ਇਸ ਕਰਕੇ ਬਹੁਤ ਸਾਰੇ ਗੁਰਸਿੱਖ ਆਪਣੀ ਮਾਇਆ ਚੋਂ ਦਸਵੰਧ ਤੋਂ ਵੀ ਵੱਧ ਹਿੱਸਾ ਕੱਢ ਕੇ, ਹੁਣ ਤਾਂ ਦਸਵੰਧ ਕੱਢਣਾ ਵੀ ਮੁਸ਼ਕਲ ਲੱਗਦਾ, ਧੰਨ ਸਨ ਉਹ ਗੁਰੂ ਕੇ ਸਿੱਖ ਕਿ ਦਸਵੰਧ ਤੋਂ ਵੀ ਵੱਧ ਹਿੱਸਾ ਲੈ ਕੇ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰ ਹੁੰਦੇ ਹਨ। ਪ੍ਰਿੰਦ ਮਿਹਨਤੀ ਦੇਤ ਲਗਾਏ। ਬਹੁਤ ਸਾਰੇ ਮਿਹਨਤੀ ਮਜ਼ਦੂਰ ਲਾਏ ਹੋਏ ਨੇ, ਮਿਸਤਰੀ ਲਾਏ ਹੋਏ ਨੇ। ਕਈ ਸਿੱਖਾਂ ਨੇ ਮਜ਼ਦੂਰਾਂ ਦੀ ਦਿਹਾੜੀ ਆਪ ਲੈ ਲਈ ਹੈ ਕਿ ਮਹਾਰਾਜ ਜੀ ਇੰਨੇ ਮਜ਼ਦੂਰਾਂ ਦੀ ਦਿਹਾੜੀ ਇਹਨਾਂ ਨੂੰ ਅਸੀਂ ਦੇਵਾਂਗੇ। ਕਈ ਮਜ਼ਦੂਰ ਲੈ ਕੇ ਆਉਂਦੇ ਆਪਣੇ ਨਾਲ, 5-5 ਕੋਈ 7-7 ਕੋਈ 10-10 ਮਜ਼ਦੂਰ ਲੈ ਕੇ ਆਉਂਦੇ ਕਿ ਤੁਸੀਂ ਇੱਥੇ ਸੇਵਾ ਕਰੋ, ਟਹਿਲ ਕਰੋ। ਕੀਤਕ ਦੀਗ ਆਹਾਰ ਕਰਨ ਤੇ। ਕਈ ਗੁਰੂ ਕੇ ਲੰਗਰਾਂ ਦੇ ਵਿੱਚ ਭੋਜਨ ਛਕਦੇ ਨੇ ਤੇ ਬਣਾਉਂਦੇ ਹਨ। ਸਰ ਕੀ ਸੇਵਾ ਲਗੇ ਰਹਨ ਤੇ। ਔਰ ਲੰਗਰਾਂ 'ਚ ਭੋਜਨ ਛਕ ਕੇ ਸਾਰਾ ਦਿਨ ਸੇਵਾ 'ਚ ਲੱਗੇ ਰਹਿੰਦੇ, ਸਰੋਵਰ ਦੀ ਸੇਵਾ। ਖਾਲਸਾ ਜੀ, ਪੂਰੇ ਸੰਸਾਰ ਭਰ ਵਿੱਚ ਸਭ ਤੋਂ ਮਹਾਨ ਤੀਰਥ ਦੀ ਸੇਵਾ ਚੱਲ ਰਹੀ ਹੈ ਅੰਮ੍ਰਿਤਪਾਲ ਦੀ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਸਰੀਰ ਕਰਕੇ ਜਾਣ ਕੇ ਸੇਵਾ ਕਰਦੇ ਨੇ ਗੁਰਸਿੱਖ। ਲੰਗਰ 'ਚ ਪ੍ਰਸ਼ਾਦਾ ਛਕ ਕੇ ਫਿਰ ਸਾਰਾ ਦਿਨ ਸੇਵਾ ਵਿੱਚ ਹੀ ਜੁੜ ਜਾਂਦੇ ਹਨ। ਕੀਤਕ ਅਜ਼ਮਤ ਕੀ ਜੁਤ ਪਾਰੀ। ਖਾਲਸਾ ਜੀ, ਸੇਵਾ ਕਰਦਿਆਂ ਕਰਦਿਆਂ ਗੁਰੂ ਸਾਹਿਬ ਜੀ ਦੀ ਸੇਵਾ ਦੀ ਬਰਕਤ ਵੇਖੋ। ਕਈ ਸੇਵਾ ਕਰਦਿਆਂ ਕਰਦਿਆਂ ਕਰਾਮਾਤਾਂ ਦੇ ਸਹਿਤ ਹੋ ਗਏ, ਤਿਨਾਂ 'ਚ ਅਜ਼ਮਤਾਂ ਫੁਰਨ ਲੱਗ ਪਈਆਂ। ਸਤਿਗੁਰਾਂ ਦੇ ਘਰ ਦੀ ਸੇਵਾ ਖਾਲਸਾ ਜੀ ਨਿਸ਼ਫਲ ਨਹੀਂ ਜਾਂਦੀ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਵਸਾਏ। ਸਤਿਗੁਰਾਂ ਦੀ ਸੇਵਾ ਬੜੀ ਬਰਕਤ ਵਾਲੀ ਹੈ। ਕਈ ਗੁਰਸਿੱਖ ਸੇਵਾ ਕਰਦਿਆਂ ਕਰਦਿਆਂ ਕਰਾਮਾਤਾਂ ਦੇ ਸਹਿਤ ਹੋ ਗਏ। ਸੇਵਾ ਕਰਦਿਆਂ ਕਰਦਿਆਂ ਸੁਤੇ ਸਿੱਧੀ ਅਜ਼ਮਤਾਂ ਤਿਨਾਂ ਕੋਲ ਆ ਪਹੁੰਚੀਆਂ। ਨਿਸਾ ਨਿਜ ਸਦਨ ਮਜਾਰੀ। ਕਈ ਗੁਰਸਿੱਖ ਰਾਤ ਦੇ ਸਮੇਂ ਆਪਣੇ ਘਰਾਂ ਨੂੰ, ਆਪਣਿਆਂ ਨਗਰਾਂ ਨੂੰ ਚਲੇ ਜਾਂਦੇ ਹਨ। ਹੋਤ ਭੋਰ ਕੀ ਆਵਤ ਸੋਈ। ਔਰ ਅਗਲਾ ਦਿਨ ਜਦੋਂ ਹੁੰਦਾ, ਸਵੇਰੇ ਲੋ ਲੱਗਦੀ ਤੇ ਲੋ ਲੱਗਣ ਤੋਂ ਪਹਿਲਾਂ ਪਹਿਲਾਂ ਹੀ ਉਹ ਸਿੱਖ ਘਰੋਂ ਨਿਤਨੇਮ ਕਰਕੇ ਮੁੜ ਕੇ ਫਿਰ ਸੇਵਾ 'ਚ ਹਾਜ਼ਰ ਹੋ ਜਾਂਦੇ ਹਨ। ਸਰ ਕੀ ਸੇਵ ਲਗੀ ਸਭ ਕੋਈ। ਏਦਾਂ ਸਾਰੇ ਸਿੱਖ ਸੇਵਾ 'ਚ ਲੱਗੇ। ਕੋਈ ਸਿੱਖ ਐਸਾ ਨਹੀਂ ਜਿਹੜਾ ਉੱਥੇ ਵਿਹਲਾ ਦਿਸੇ। ਜਿੰਨੇ ਸਿੱਖ ਨੇ ਸਾਰੇ ਸੇਵਾ ਕਰਦੇ, ਜਿੰਨੀ ਜਿੰਨੀ ਕਿਸੇ ਕੋਲ ਬਣ ਆਉਂਦੀ। ਕੋਈ 2-4 ਟੋਕਰੀਆਂ ਢੋ ਲੈਂਦਾ, ਕੋਈ ਘੰਟਾ 2 ਘੰਟੇ, ਕੋਈ ਪੈਰ, ਕੋਈ 2 ਪੈਰ, ਕੋਈ 3 ਪੈਰ।
ਜਿੰਨੀ ਜਿੰਨੀ ਵੀ ਕਿਸੇ ਕੋਲੋਂ ਸੇਵਾ ਬਣ ਆਉਂਦੀ ਉਹ ਉਨੀ ਸੇਵਾ ਟਹਿਲ ਕਰਦੇ ਹਨ। ਸਫਲ ਜਨਮ ਆਪਣੇ ਕੋ ਜਾਣੇ। ਔਰ ਸੇਵਾ ਕਰਦਿਆਂ ਗੁਰੂ ਕੇ ਸਿੱਖ ਇਹ ਜਾਣਦੇ ਨੇ ਕਿ ਸਤਿਗੁਰਾਂ ਦੇ ਘਰ ਦੀ ਸੇਵਾ ਕਰਦਿਆਂ ਸਾਡਾ ਜਨਮ ਸਫਲ ਹੋ ਰਿਹਾ, ਸਾਡਾ ਜੀਵਨ ਸਫਲ ਹੋ ਰਿਹਾ। ਗੁਰੂ ਪਾਤਸ਼ਾਹ ਦੀ ਸੇਵਾ ਜੀਵਨ ਸਫਲਿਆਂ ਕਰ ਦਿੰਦੀ ਹੈ ਗੁਰੂ ਖਾਲਸਾ ਜੀ। ਤੋ ਸਤਿਗੁਰਾਂ ਦੀ ਸੇਵਾ ਕਰਦਿਆਂ ਗੁਰਸਿੱਖ ਇਹੀ ਜਾਣਦੇ ਕਿ ਸਾਡੀ ਸੇਵਾ ਸਫਲ ਹੋ ਰਹੀ ਹੈ, ਸਾਡਾ ਜੀਵਨ ਸਫਲ ਹੋ ਰਿਹਾ ਹੈ। ਸਗਰੇ ਦਿਵਸ ਟੈਲ ਕੋਠਾਨੇ। ਸਾਰਾ ਦਿਨ ਇੱਕ ਮਨ ਇੱਕ ਚਿਤ ਹੋ ਕੇ ਸੇਵਾ ਕਰਦੇ ਨੇ, ਟਹਿਲ ਕਰਦੇ ਹਨ। ਹਸਤੀ ਸਿਰ ਜਿਉ ਅੰਕਸ ਹੈ, ਅਹਰਣ ਜਿਉ ਸਿਰ ਦੇ। ਮਨ ਤਨ ਆਗੈ ਰਾਖ ਕੇ ਉਭੀ ਸੇਵ ਕਰੇ। ਏਦਾਂ ਦੀ ਖੁੱਭ ਕੇ ਸੇਵਾ ਕਰਦੇ ਹਨ। ਸਤਿਗੁਰ ਅਰਜਨ ਅੰਤਰਜਾਮੀ। ਅੰਤਰਜਾਮੀ ਜੋ ਸਾਰਿਆਂ ਦੇ ਦਿਲਾਂ ਦੀਆਂ ਜਾਣਦੇ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਐਸੇ ਹਨ ਜੋ ਸਭ ਦਿਆਂ ਦਿਲਾਂ ਦੀਆਂ ਬੁੱਝਦੇ ਨੇ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ। ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਨੇ ਪੰਜਵੇਂ ਪਾਤਸ਼ਾਹ। ਜੋ ਸੀਵੇਂ ਸੋ ਜਾਣੇ ਸੁਆਮੀ। ਜਿਹੜਾ ਜਿਹੜਾ ਸੇਵਾ ਕਰਦਾ ਹੈ ਸਭ ਦੇ ਦਿਲਾਂ ਦੀਆਂ ਜਾਣਦੇ ਪਾਤਸ਼ਾਹ ਕਿ ਕਿਹੜਾ ਕੀ ਭਾਵਨਾ ਰੱਖ ਕੇ ਸੇਵਾ ਕਰਦਾ ਹੈ, ਕਿ ਇਹਦੇ ਅੰਦਰ ਕੀ ਬਿਰਤੀ ਹੈ, ਕੀ ਨੀਅਤ ਹੈ ਤੇ ਕੀ ਨੀਅਤ ਧਾਰ ਕੇ ਸੇਵਾ ਕਰਦਾ ਹੈ। ਕੱਲੇ ਕੱਲੇ ਬਾਰੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਜਾਣਦੇ ਹਨ। ਮਹਾ ਮਹਾਤਮ ਚੈਤ ਬਿਥਾਰਾ। ਸਤਿਗੁਰੂ ਜੀ ਇਸ ਪਾਵਨ ਅੰਮ੍ਰਿਤ ਤਾਲ ਦੀ ਸੇਵਾ ਦਾ ਵੱਡਾ ਮਹਾਤਮ ਪੂਰੇ ਸੰਸਾਰ ਦੇ ਵਿੱਚ ਪ੍ਰਗਟ ਕਰਨਾ ਚਾਹੁੰਦੇ, ਵਿਸਥਾਰ ਕਰਨਾ ਚਾਹੁੰਦੇ ਹਨ। ਜੋ ਸਿੱਖ ਹੋਈ ਕਾਮਨਾ ਵਾਰਾ। ਜਿਹੜਾ ਕੋਈ ਸਿੱਖ ਕਾਮਨਾ ਵਾਲਾ ਹੁੰਦਾ, ਸਾਰੇ ਨਿਸ਼ਕਾਮ ਵੀ ਨਹੀਂ ਹੁੰਦੇ, ਸਾਰੇ ਕਾਮਨਾ ਵਾਲੇ ਵੀ ਨਹੀਂ ਹੁੰਦੇ। ਤੇ ਜਿਹੜਾ ਕੋਈ ਕਾਮਨਾ ਧਾਰ ਕੇ ਸਿੱਖ ਆਉਂਦਾ, ਕਾਮਨਾ ਵਾਲਾ, ਇਸ ਜਗ ਕੇ ਸੁਖ ਸਭ ਬਿਦ ਦੀਨ। ਸਤਿਗੁਰੂ ਜੀ ਨੇ ਤਿਨਾਂ ਨੂੰ ਇਸ ਜਗਤ ਦੇ ਸਰਬ ਪ੍ਰਕਾਰ ਦੇ ਸੁੱਖ ਦੇ ਦਿੱਤੇ। ਇਸ ਜਗਤ ਦੇ ਸਾਰੇ ਸੁੱਖ ਤਿਨਾਂ ਨੂੰ ਬਖਸ਼ ਦਿੱਤੇ। ਪੁਨ ਪਰਲੋਕ ਮੈਂ ਸ਼ੁਭਗਤ ਕੀਨ। ਔਰ ਫਿਰ ਪਾਤਸ਼ਾਹ ਨੇ ਇੱਥੇ ਹੀ ਬਸ ਨਹੀਂ ਕੀਤੀ, ਤਿਨਾਂ ਨੂੰ ਪਰਲੋਕ ਦੇ ਵੀ ਸਾਰੇ ਸੁੱਖ ਬਖਸ਼ ਦਿੱਤੇ। ਜਿਹੜੇ ਕਾਮਨਾ ਵਾਲੇ ਵੀ ਆਏ ਨਾ, ਨਿਸ਼ਕਾਮੀਆਂ ਨੂੰ ਤਾਂ ਮਹਾਰਾਜ ਜੀ ਨੇ ਕਿਰਪਾ ਕੀਤੀ। ਜਿਹੜੇ ਕੋਈ ਕਾਮਨਾ ਧਾਰ ਕੇ ਆਏ ਉਹਨਾਂ ਨੂੰ ਇਸ ਲੋਕ ਦੇ ਵੀ ਸੁੱਖ ਬਖਸ਼ ਦਿੱਤੇ ਸਾਰੇ, ਤੇ ਪਰਲੋਕ ਵੀ ਮਹਾਰਾਜ ਜੀ ਨੇ ਤਿਨਾਂ ਦਾ ਸੁਹੇਲਾ ਕਰ ਦਿੱਤਾ। ਇਸ ਪ੍ਰਕਾਰ ਸਰ ਕੀ ਨਿਤਕਾਰ। ਇਸ ਪ੍ਰਕਾਰ ਸਤਿਗੁਰੂ ਜੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਨਿਤਾ ਪ੍ਰਤੀ ਕਰਾਉਂਦੇ ਹਨ। ਹੋਇਓ ਜਾਤ ਖਨ ਵਹਿਰ ਨਿਕਾਰ। ਔਰ ਖੁਦਾਈ ਚੱਲ ਰਹੀ ਹੈ, ਮਿੱਟੀ ਪੁੱਟ ਕੇ ਗੁਰੂ ਕੇ ਸਿੱਖ ਬਾਹਰ ਲਿਆ ਕੇ ਸੁੱਟਦੇ ਹਨ। ਜੇ ਸਿੱਖ ਲੰਮੇ ਦੇਸ਼ ਮਝਾਰ। ਖਾਲਸਾ ਜੀ ਕਿੱਥੋਂ ਕਿੱਥੋਂ ਆਏ ਨੇ ਸਿੱਖ, ਸੁਣੋ। ਇਹ ਸਾਡਾ ਪੰਜਾਬ ਸੀ ਕਿਸੇ ਸਮੇਂ, ਜਿਹਨੂੰ ਅੱਜ ਕੱਲ ਆਪਾਂ ਲਹਿੰਦਾ ਪੰਜਾਬ ਕਹਿ ਦਿੰਦੇ ਹਾਂ। ਜਦੋਂ ਪੰਜਾਬ ਦੇ ਟੁਕੜੇ ਹੋਏ, ਸਾਡਾ ਪੰਜਾਬ ਦਾ ਹਿੱਸਾ ਉਸ ਪਾਸੇ ਰਹਿ ਗਿਆ। ਕਹਿੰਦੇ ਕਿਹੜਾ ਕਿਹੜਾ ਦੇਸ਼ ਹੈ ਉਸ ਪਾਸਿਓਂ, ਕਿੱਥੋਂ ਕਿੱਥੋਂ ਸਿੱਖ ਆਏ ਨੇ। ਲੰਮੇ ਦੇਸ਼ ਤੋਂ ਚੱਲ ਕੇ ਆਏ ਹਨ। ਤੰਨੀ ਖੇਪ ਕੇ ਪੋਠੋ ਹਾਰ। ਤੰਨੀ ਖੇਪ ਦੇ ਇਲਾਕੇ ਤੋਂ, ਧੰਨ ਪੋਠੋ ਹਾਰ ਦਾ ਇਲਾਕਾ, ਬਹੁਤ ਸਾਰੇ ਗੁਰਸਿੱਖ ਉੱਥੋਂ ਜਿਹੜੇ ਆਏ ਨੇ ਉਜਾੜੇ ਸਮੇਂ, ਹੁਣ ਵੀ ਉਹ ਧੰਨ ਪੋਠੋ ਹਾਰ ਦੇ ਇਲਾਕੇ ਦੇ ਸਦੀਂਦੇ ਹਨ ਤੇ ਆਪੋ ਆਪਣੇ ਨਗਰਾਂ ਸ਼ਹਿਰਾਂ ਵਿੱਚ ਵਸਦੇ ਨੇ। ਕਹਿੰਦੇ ਉੱਥੇ ਧੰਨ ਪੋਠੋ ਹਾਰ ਦੇ ਇਲਾਕੇ 'ਚ ਸਿੱਖੀ ਦੇ ਗੜ੍ਹ ਸਨ ਖਾਲਸਾ ਜੀ ਉਸ ਵੇਲੇ। ਲੰਮਾ ਦੇਸ਼, ਫਿਰ ਧੰਨੀ ਖੇਪ, ਧੰਨ ਪੋਠੋ ਹਾਰ ਦਾ ਇਲਾਕਾ, ਤਖਤ ਹਜ਼ਾਰਾ, ਛੱਛ ਹਜ਼ਾਰਾ। ਤਖਤ ਹਜ਼ਾਰੇ ਤੋਂ ਉੱਥੋਂ ਵੀ ਸਿੱਖ ਆਉਂਦੇ। ਫਿਰ ਉੱਥੇ ਨੇੜੇ ਤਖਤ ਹਜ਼ਾਰੇ ਦੇ ਇੱਕ ਹੋਰ ਹਜ਼ਾਰਾ ਜਿਹਨੂੰ ਕਹਿੰਦੇ ਛੱਜ ਹਜ਼ਾਰਾ। ਛੱਜ ਹਜ਼ਾਰੇ ਤੋਂ ਬਹੁਤ ਸੰਗਤ ਆਉਂਦੀ। ਕਾਬਲ ਨਗਰ ਪਿਸ਼ੋਰ ਕੰਧਾਰਾ। ਕਾਬਲ ਵਿੱਚ ਬਹੁਤ ਸਿੱਖੀ ਸੀ ਗੁਰੂ ਕੀ, ਕਾਬਲ ਤੋਂ ਬਹੁਤ ਸਿੱਖ ਆਉਂਦੇ। ਪਿਸ਼ਾਵਰ ਤੋਂ, ਪਿਸ਼ੌਰ ਦੇ ਇਲਾਕੇ ਤੋਂ, ਪਿਸ਼ਾਵਰ ਦੇ ਇਲਾਕੇ ਚੋਂ ਭਾਈ ਜੋਗਾ ਸਿੰਘ ਜੀ ਦਾ ਨਾਮ ਆਪ ਜੀ ਨੇ ਜਾਣਿਆ ਹੈ। ਤੋਂ ਪਿਸ਼ਾਵਰ ਤੋਂ
ਕੰਧਾਰ ਤੋਂ ਗੁਰੂ ਕੇ ਸਿੱਖ ਚੱਲ ਕੇ ਆਉਂਦੇ ਹਨ। ਬਲਖ ਬੁਖਾਰਾ ਅਰ ਮੁਲਤਾਨ, ਬਲਖ ਬੁਖਾਰੇ ਤੋਂ ਚੱਲ ਕੇ ਆਉਂਦੀ ਹੈ ਸੰਗਤ, ਮੁਲਤਾਨ ਤੋਂ ਸੰਗਤ ਚੱਲ ਕੇ ਆਉਂਦੀ। ਮੁਲਤਾਨ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਨੇ, ਕਾਬਲ ਵਿੱਚ ਮਹਾਰਾਜ ਜੀ ਨੇ ਚਰਨ ਪਾਏ ਗੁਰੂ ਨਾਨਕ ਸਾਹਿਬ ਨੇ। ਜਿੱਥੇ ਜਿੱਥੇ ਸਾਹਿਬ ਗਏ ਉੱਥੇ ਸਿੱਖੀ ਦਾ ਬੀਜ ਬੀਜਿਆ। ਤੋਂ ਮੁਲਤਾਨ ਤੋਂ, ਕਾਬਲ ਤੋਂ, ਕੰਧਾਰ ਤੋਂ ਬੇਅੰਤ ਸੰਗਤ ਚੱਲ ਕੇ ਆਉਂਦੀ ਹੈ। ਇਤਿਆਦਿਕ ਪશ્ਚਮ ਦਿਸ਼ ਜਾਨ, ਇਹ ਲਹਿੰਦੇ ਵਾਲੇ ਪਾਸਿਓਂ ਬੇਅੰਤ ਸੰਗਤ ਚੱਲ ਕੇ ਆਉਂਦੀ। ਇਤਿਆਦਿਕ ਹੋਰ ਵੀ ਬਹੁਤ ਨਗਰ ਹਨ। ਛਟੇ ਮਾਸ ਕੈ ਸੰਮਤ ਮਾਈ, ਕਹਿੰਦੇ ਕੋਈ 6ਵੇਂ ਮਹੀਨੇ ਚੱਲ ਕੇ ਆਉਂਦਾ, ਕਿਉਂਕਿ ਦੂਰੋਂ ਆਉਣਾ। ਉਹ ਕਿੱਥੇ ਮੁਲਤਾਨ ਹੈ, ਕਾਬਲ ਕੰਧਾਰ ਹੈ, ਉੱਥੋਂ ਚੱਲ ਕੇ ਆਉਂਦੀ ਹੈ ਸੰਗਤ। ਤੋਂ ਹਸਨ ਅਬਦਾਲ ਦੇ ਇਲਾਕੇ ਤੋਂ ਬੇਅੰਤ ਸੰਗਤ ਚੱਲ ਕੇ ਆਉਂਦੀ। ਕੋਈ ਛਟੇ ਮਾਸ ਦਾ ਮਤਲਬ 6ਵੇਂ ਮਹੀਨੇ, ਕੋਈ 6 ਮਹੀਨਿਆਂ ਬਾਅਦ ਆਉਂਦਾ ਹੈ, ਕੋਈ ਸਾਲ ਬਾਅਦ ਚੱਲ ਕੇ ਆਉਂਦਾ। ਦਰਸ਼ਨ ਕਰਨ ਆਈ ਗੁਰ ਪਾਈ, ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤ ਚੱਲ ਕੇ ਆਉਂਦੀ ਹੈ। ਇੱਧਰ ਸੱਖਰ ਪੱਖਰ ਦਾ ਇਲਾਕਾ ਹੈ, ਗੁਜਰਾਤ ਦੇ ਨਾਲ ਪਰਲੇ ਪਾਸੇ ਜੋ ਪਾਕਿਸਤਾਨ ਹੈ ਉਸ ਪਾਸੇ ਰਹਿ ਜਾਂਦਾ ਇਲਾਕਾ, ਉੱਥੋਂ ਵੀ ਬਹੁਤ ਸੰਗਤ ਚੱਲ ਕੇ ਆਉਂਦੀ। ਤੇ ਇਧਰੋਂ ਦੱਖਣ ਦਿਸ਼ਾ ਤੋਂ ਬੇਅੰਤ ਸੰਗਤਾਂ ਚੱਲ ਕੇ ਆਉਂਦੀਆਂ ਹਨ। ਰਹੀ ਕਿਤਕ ਦਿਨ ਸੇਵਾ ਸਰ ਕੀ, ਆ ਕੇ ਕੁਝ ਦਿਨ ਰਹਿੰਦੇ, ਸੇਵਾ ਕਰਦੇ। ਕਹਿੰਦੇ ਸੇਵਾ ਭਾਗਾਂ ਨਾਲ ਮਿਲਦੀ ਹੈ, ਸਾਡੇ ਵੱਡੇ ਭਾਗ ਕੇ ਸਾਨੂੰ ਇਹ ਸੇਵਾ ਮਿਲੀ। ਤੋ ਕੁਝ ਦਿਨ ਰਹਿ ਕੇ, ਕੋਈ 2 ਦਿਨ, ਕੋਈ 4 ਦਿਨ, ਕੋਈ ਹਫ਼ਤਾ ਰਹਿ ਕੇ ਸੇਵਾ ਕਰਦੇ ਹਨ। ਕਰੇ ਪ੍ਰੇਮ ਤਰ ਸ਼ਰਦਾ ਉਰ ਕੀ, ਬੜੇ ਪ੍ਰੇਮ ਨੂੰ ਹਿਰਦੇ 'ਚ ਧਾਰਨ ਕਰਕੇ ਮਨ ਦੀ ਸ਼ਰਧਾ ਨਾਲ ਸਤਿਗੁਰੂ ਜੀ ਦੇ ਅੰਮ੍ਰਿਤ ਤਾਲ ਦੀ ਸੇਵਾ ਕਰਦੇ ਨੇ ਗੁਰੂ ਕੇ ਸਿੱਖ। ਬੋਰੋ ਸਤਿਗੁਰ ਕੀ ਟਿਗ ਆਏ, ਏਦਾਂ ਸੇਵਾ ਕਰਕੇ ਫਿਰ ਉਹ ਸਿੱਖ ਮਹਾਰਾਜ ਜੀ ਦੇ ਚਰਨਾਂ 'ਚ ਆਉਂਦੇ, ਚੱਲ ਕੇ ਗੁਰਦੇਵ ਦੇ ਦਰਸ਼ਨ ਕਰਦੇ ਹਨ। ਜਾਚੇ ਵਿਦਾ ਸਦਨ ਕੋ ਜਾਏ, ਔਰ ਮਹਾਰਾਜ ਜੀ ਕੋਲੋਂ ਵਿਦਾਇਗੀ ਮੰਗਦੇ, ਆਗਿਆ ਮੰਗਦੇ, ਮਹਾਰਾਜ ਆਗਿਆ ਦਿਓ ਹੁਣ ਜਾਈਏ, ਅਸੀਂ ਵਾਪਸ ਵਿਦਾ ਹੋਈਏ। ਤੋ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਵਾਪਸ ਜਾਂਦੇ ਹਨ। ਸ਼੍ਰੀ ਅਰਜਨ 300 ਤਬ ਕਹੇ, ਖਾਲਸਾ ਜੀ ਅਸੀਂ ਗੁਰੂ ਚਰਨਾਂ ਚ ਆਉਂਦੇ ਆ, 2 ਵਾਰੀ ਨਮਸਕਾਰ ਕਰਦੇ ਆ ਨਾ। ਇੱਕ ਵਾਰੀ ਜਦੋਂ ਆ ਕੇ ਹਾਜ਼ਰ ਹੋਏ, ਮੱਥਾ ਟੇਕਿਆ, ਨਮਸਕਾਰ ਕੀਤੀ, ਕੁਝ ਸਮਾਂ ਬੈਠੇ, ਬੈਠਣ ਤੋਂ ਬਾਅਦ ਜਦੋਂ ਦੁਬਾਰਾ ਨਮਸਕਾਰ ਕਰਕੇ ਜਾਂਦੇ ਆ, ਉਹਦਾ ਮਤਲਬ ਇਹੀ ਹੁੰਦਾ ਕਿ ਮਹਾਰਾਜ ਹੁਣ ਆਗਿਆ ਦਿਓ। ਉਹ ਆਗਿਆ ਦੀ ਨਮਸਕਾਰ ਹੈ। ਜਦੋਂ ਪਹਿਲਾਂ ਆਏ ਹਾਂ ਉਦੋਂ ਹਾਜ਼ਰੀ ਦੀ ਨਮਸਕਾਰ ਹੈ, ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਹਾਂ। ਫਿਰ ਵਿਦਾਇਗੀ ਦੀ ਨਮਸਕਾਰ ਹੈ। ਤੋ ਇਸ ਪ੍ਰਕਾਰ ਗੁਰੂ ਕੇ ਸਿੱਖ ਕੁਝ ਦਿਨ ਗੁਰੂ ਘਰ 'ਚ ਸੇਵਾ ਟਹਿਲ ਕਰਕੇ ਆਗਿਆ ਲਏ ਬਿਨਾਂ ਨਹੀਂ ਜਾਂਦੇ। ਮਹਾਰਾਜ ਜੀ ਕੋਲੋਂ ਆਗਿਆ ਲੈਂਦੇ, ਵਿਦਾਇਗੀ ਲੈ ਕੇ ਫਿਰ ਜਾਂਦੇ ਹਨ। ਸ਼੍ਰੀ ਅਰਜਨ 300 ਤਬ ਕਹੇ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਿਨਾਂ ਸਿੱਖਾਂ ਨੂੰ ਹੁਕਮ ਕਰਦੇ, ਏ ਸਿੱਖ ਤੁਵ ਨੰਦਨ ਕਹਿ ਆਏ। ਜਿਹੜੇ ਸਿੱਖ ਜਾਣ ਲੱਗਦੇ ਤੇ ਮਹਾਰਾਜ ਜੀ ਫਿਰ ਉਹਨਾਂ ਨੂੰ ਪੁੱਛਦੇ, ਕਈ ਸਿੱਖਾਂ ਨੂੰ ਮਹਾਰਾਜ ਕਹਿੰਦੇ, ਸਿੱਖਾ ਵੀ ਤੇਰੇ ਪੁੱਤ ਕਿੰਨੇ ਆ? ਪੁੱਛਦੇ ਵੀ ਕਿੰਨੀ ਸੰਤਾਨ ਹੈ ਤੇਰੀ, ਕਿੰਨੇ ਪੁੱਤਰ ਨੇ ਤੇਰੇ? ਕਹਿ ਭਰਾਤਾ ਮਿਲ ਬਨਜ ਕਰਨ ਤੇ, ਤੁਸੀਂ ਕਿੰਨੇ ਭਰਾ ਹੋ ਤੇ ਕਿਹੜੇ ਕਿਹੜੇ ਵਪਾਰ ਕਰਦੇ ਹੋ? ਕਬ ਕੇ ਸਿੱਖੀ ਆਪ ਧਰਨ ਤੇ, ਤੁਸੀਂ ਕਦੋਂ ਦੀ ਸਿੱਖੀ ਧਾਰਨ ਕੀਤੀ ਹੈ? ਮਹਾਰਾਜ ਜੀ ਪੁੱਛਦੇ ਕਈ ਸਿੱਖਾਂ ਨੂੰ, ਕਹਿੰਦੇ ਸਿੱਖਾ ਦੱਸ ਤੇਰੇ ਕਿੰਨੇ ਪੁੱਤ ਨੇ, ਭਰਾ ਕਿੰਨੇ ਜੇ ਤੁਸੀਂ, ਤੇ ਤੁਸੀਂ ਕਿੰਨੇ ਭਰਾ ਹੋ, ਕਿਹੜਾ ਕਿਹੜਾ ਵਪਾਰ ਕਰਦੇ ਹੋ, ਤੇ ਤੁਸੀਂ ਗੁਰੂ ਕੀ ਸਿੱਖੀ ਕਦੋਂ ਦੀ ਧਾਰਨ ਕੀਤੀ ਹੋਈ ਹੈ? ਹੱਥ ਜੋੜ ਸੋ ਬਾਕ ਭਨੇ, ਹੱਥ ਜੋੜ ਕੇ ਅੱਗੋਂ ਸਿੱਖ ਬੇਨਤੀ ਕਰਕੇ ਦੱਸਦੇ, ਪਿਤਾ ਪਿਤਾਮਾ ਸਿੱਖ ਬਨੇ। ਉਹ ਕਹਿੰਦੇ ਮਹਾਰਾਜ ਸਾਡਾ ਪਿਤਾ ਵੀ ਸਿੱਖ ਸੀ ਗੁਰੂ ਘਰ ਦਾ, ਮੇਰਾ ਦਾਦਾ ਵੀ ਸਿੱਖ ਸੀ ਗੁਰੂ ਘਰ ਦਾ। ਮਹਾਰਾਜ ਸਾਡੇ ਤਾਂ ਦਾਦੇ ਪਰਦਾਦਿਆਂ ਦੇ ਵੇਲੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਗੁਰੂ ਕੀ ਸਿੱਖੀ ਧਾਰਨ ਕੀਤੀ ਹੋਈ ਹੈ। ਪੁੱਤਰ ਚਾਰੇ ਰਾਵਰ ਕਰੁਣਾ, ਕੋਈ ਕਹਿੰਦਾ
ਮਹਾਰਾਜ ਜੀ ਆਪ ਜੀ ਦੀ ਦਇਆ ਮਾਇਆ ਨਾਲ ਮੇਰੇ ਘਰ 4 ਪੁੱਤਰ ਹਨ ਬੈਠ ਦੁਕਾਨ ਬਨਜ ਕੋ ਕਰਨਾ। ਤੇ ਮਹਾਰਾਜ ਅਸੀਂ ਦੁਕਾਨਦਾਰੀ ਕਰਦੇ ਆਂ, 4 ਪੁੱਤਰਾਂ ਦੇ ਵਿੱਚ ਦੁਕਾਨਾਂ ਦਾ ਕੰਮ ਹੈ ਤੇ ਉਹ ਦੁਕਾਨਾਂ ਕਰਦੇ ਨੇ, ਬਹਿ ਕੇ ਵਣਜ ਕਰਦੇ ਹਨ। ਸੁਨ ਸਤਿਗੁਰ ਤੈਂ ਸੋ ਫੁਰਮਾਏ। ਫਿਰ ਮਹਾਰਾਜ ਜੀ ਸੁਣ ਕੇ ਉਹਨਾਂ ਨੂੰ ਬਚਨ ਕਰਦੇ, ਦ્વੈ ਸੁਤ ਦਿਓ ਹਮਕੋ ਇਸ ਥਾਈ। ਮਹਾਰਾਜ ਜੀ ਕਹਿੰਦੇ ਸਿੱਖਾ ਜੇ 4 ਪੁੱਤਰ ਨੇ ਤੇ ਫਿਰ 2 ਸਾਡੇ ਕੋਲ ਭੇਜ ਦਿਓ, ਇੱਥੇ ਅੰਮ੍ਰਿਤਸਰ ਸਾਹਿਬ ਇੱਥੇ ਆ ਕੇ ਦੁਕਾਨਾਂ ਕਰ ਲੈਣ। ਇਹ ਜਿਹੜੇ ਸ਼ਹਿਰ ਵਸਿਆ, ਨਗਰ ਵਸਿਆ ਨਾ, ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਬਹੁਤ ਵਸਿਆ। ਜਿਹੜੇ ਪੁਰਾਣੇ ਬਾਜ਼ਾਰ ਨੇ ਇਹ ਮਹਾਰਾਜ ਜੀ ਨੇ ਆਪ ਵਸਾਏ। ਪਾਤਸ਼ਾਹ ਕਹਿੰਦੇ ਜੇ 4 ਪੁੱਤਰ ਨੇ ਤੇ ਦੋਹਾਂ ਨੂੰ ਸਾਡੇ ਕੋਲ ਭੇਜ ਦਿਓ, ਉਹ ਇੱਥੇ ਆ ਕੇ ਦੁਕਾਨਦਾਰੀ ਕਰ ਲੈਣ, ਦੁਕਾਨਾਂ ਖੋਲ ਲੈਣ। ਗੁਰਪੁਰ ਮੈਂ ਬਸ ਕਰੇ ਦੁਕਾਨ। ਇੱਥੇ ਗੁਰੂਪੁਰੀ ਵਿੱਚ ਹੀ ਵਸਣ, ਆਪਣੇ ਮਕਾਨ ਬਣਾਵਣ ਤੇ ਇੱਥੇ ਬਹਿ ਕੇ ਦੁਕਾਨਦਾਰੀ ਕਰਨ। ਲਾਭੇ ਲਾਭ ਬਨਜ ਕੋ ਠਾਨ। ਜਿਹੜਾ ਇੱਥੇ ਆ ਕੇ ਵਣਜ ਕਰੇਗਾ ਉਹਨੂੰ ਦੋਹਰਾ ਲਾਭ, ਇੱਕ ਤਾਂ ਗੁਰੂ ਘਰ ਦੀ ਸੇਵਾ ਦਾ, ਦੂਜਾ ਵਣਜ ਦਾ। ਦੁਕਾਨਦਾਰੀ ਦਾ ਵੀ ਲਾਭ, ਇੱਥੇ ਗੁਰੂ ਕੀ ਨਗਰੀ ਚ ਆ ਕੇ ਰਹੋਗੇ, ਗੁਰੂ ਕੇ ਦਰਸ਼ਨ ਕਰੋਗੇ, ਉਹ ਵੀ ਲਾਭ। ਉਹਨਾਂ ਨੂੰ ਵੱਡੇ ਭਾਰੀ ਲਾਭ ਦੀ ਪ੍ਰਾਪਤੀ ਹੋਵੇਗੀ ਜਿਹੜੇ ਇੱਥੇ ਆ ਕੇ ਵਣਜ ਕਰਨਗੇ, ਦੁਕਾਨਦਾਰੀ ਕਰਨਗੇ। ਬਾਕ ਮਾਨ ਸੋ ਆਨ ਬਸਾਵੇਂ। ਖਾਲਸਾ ਜੀ ਸਿੱਖ 7 ਬਚਨੀਏ ਸੀ, ਉਹਨਾਂ ਅੱਗੋਂ ਕਿਸੇ ਪ੍ਰਕਾਰ ਦੀ ਲੁੱਜਤ ਨਾ ਕਰਨੀ। ਇਹ ਨਾ ਆਖਣਾ ਮਹਾਰਾਜ ਉੱਥੇ ਹੁਣ ਆਪਣੀ ਅਸੀਂ ਸੈਟਿੰਗ ਕੀਤੀ ਹੋਈ ਹੈ ਜੀ, ਔਖਾ ਹੈ। ਜੇ ਗੁਰਦੇਵ ਨੇ 4 ਪੁੱਤਰਾਂ ਵਾਲਿਆਂ ਨੂੰ ਕਿਹਾ ਵੀ 2 ਇੱਥੇ ਭੇਜ ਦਿਓ, ਉਹਨਾਂ ਆਖਿਆ 7 ਬਚਨ। 2 ਪੁੱਤਰਾਂ ਨੂੰ ਅੰਮ੍ਰਿਤਸਰ ਸਾਹਿਬ ਭੇਜ ਦੇਣਾ ਸਿੱਖਾਂ ਨੇ ਕਿ ਜਾ ਕੇ ਉੱਥੇ ਦੁਕਾਨ ਕਰੋ, ਆਪਣਾ ਨਿਵਾਸ ਕਰੋ। ਜਿਸ ਕੇ ਜੁਗ ਸੁਤ ਇਕ ਤੈਂ ਆਵੇ। ਤੇ ਜੇ ਕਿਸੇ ਸਿੱਖ ਦੇ 2 ਪੁੱਤਰ ਨੇ ਤੇ ਉਹਦਾ ਇੱਕ ਆ ਜਾਣਾ। ਮਹਾਰਾਜ ਜੀ ਨੇ ਕਹਿਣਾ ਇੱਕ ਨੂੰ ਇੱਥੇ ਭੇਜ ਦਿਓ, ਇੱਥੇ ਆ ਕੇ ਦੁਕਾਨ ਕਰ ਲਵੇ। ਜਿਹੜੀ ਕੋਈ ਕਿਰਤ ਕਰਦਾ, ਜੇ ਕੋਈ ਲੋਹੇ ਦਾ ਕੰਮ ਕਰਦਾ, ਜੇ ਕੋਈ ਮਿੱਟੀ ਦਾ ਕੋਈ ਕੰਮ ਕਰਦਾ, ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਕਾਰ ਵਿਹਾਰ ਕਰਦਾ, ਤਾਂ ਮਹਾਰਾਜ ਜੀ ਹਰ ਪ੍ਰਕਾਰ ਦੇ ਕਿੱਤੇ ਦੀ ਦੁਕਾਨ ਉੱਥੇ ਸ਼ਹਿਰ 'ਚ ਖੋਲ ਰਹੇ ਨੇ। ਕਹਿੰਦੇ ਭਾਈ ਜੇ 2 ਪੁੱਤਰ ਨੇ ਤੇ ਇੱਕ ਨੂੰ ਇੱਥੇ ਵਸਾ ਦਿਓ। ਇੱਕ ਦਿਸ਼ ਆਪਣੋ ਸਦਨ ਚਿਨਾਏ। ਇੱਕ ਪਾਸੇ ਉਹ ਆਪਣਾ ਘਰ ਬਣਾ ਲੈਂਦੇ, ਜਿਸ ਦੂਸਰ ਸਰ ਸੁਦਾ ਬਣਾਏ। 5ਵੇਂ ਪਾਤਸ਼ਾਹ ਜੀ ਦੇ ਮਹਿਲ ਵੀ ਬਣ ਰਹੇ ਨੇ, ਗੁਰੂ ਕੇ ਮਹਿਲ, ਉਧਰ ਵੀ ਸੇਵਾ ਚੱਲ ਰਹੀ ਹੈ ਤੇ ਦੂਜੇ ਪਾਸੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਚੱਲ ਰਹੀ ਹੈ। ਦੋਨੋਂ ਵਿੱਚ ਬਾਜ਼ਾਰ ਪਵਾਇਓ। ਖਾਲਸਾ ਜੀ ਗੁਰੂ ਕੇ ਮਹਿਲਾਂ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵਿਚਕਾਰ ਮਹਾਰਾਜ ਜੀ ਨੇ ਸੋਹਣੇ ਬਾਜ਼ਾਰਾਂ ਦੀ ਰਚਨਾ ਕੀਤੀ। ਪੁਰਾਣੇ ਬਾਜ਼ਾਰ ਨੇ, ਉਹਨੂੰ ਗੁਰੂ ਕਾ ਬਾਜ਼ਾਰ ਕਹਿੰਦੇ ਹਨ। ਉਹ ਪੁਰਾਣੇ ਬਾਜ਼ਾਰ ਮਹਾਰਾਜ 5ਵੇਂ ਪਾਤਸ਼ਾਹ ਜੀ ਨੇ ਵਸਾਏ। ਗੁਰੂ ਕੇ ਮਹਿਲਾਂ ਤੋਂ ਲੈ ਕੇ ਸ੍ਰੀ ਅੰਮ੍ਰਿਤਸਰ ਸਰੋਵਰ ਤੱਕ ਜਿਹੜੇ ਵਿਚਕਾਰ ਬਾਜ਼ਾਰ ਨੇ ਉਹ ਮਹਾਰਾਜ ਜੀ ਨੇ ਨਵੇਂ ਪਵਾਏ ਹਨ। ਗਨ ਹਾਟਨ ਕੋ ਬਿਉਂਤ ਬਣਾਇਓ। ਗੁਰੂ ਪਾਤਸ਼ਾਹ ਨੇ ਆਪ ਹੱਟੀਆਂ ਦੀ ਵਿਉਂਤ ਬਣਾਈ, ਹੱਟੀਆਂ ਬਣਾਈਆਂ, ਦੁਕਾਨਾਂ ਦੀ ਵਿਉਂਤਬੰਦੀ, ਨਕਸ਼ਾ ਜਿੰਨਾ ਨਾ ਉਹਨਾਂ ਬਾਜ਼ਾਰਾਂ ਦਾ, ਦੁਕਾਨਾਂ ਦਾ, ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਬਣਾਇਆ ਆਪਣੇ ਹੱਥੀਂ। ਦਿਨ ਪ੍ਰਤ ਗੁਰ ਕੀ ਖੁਸ਼ੀ ਬਿਲੋਕ। ਦਿਨ ਪ੍ਰਤੀ ਦਿਨ ਸਤਿਗੁਰਾਂ ਦੀ ਖੁਸ਼ੀ ਵੇਖ ਕੇ, ਮਹਾਰਾਜ ਜੀ ਦੀ ਕਿਰਪਾ ਵੇਖ ਕੇ ਆਵੇਂ ਸਿੱਖ ਕਰੇ ਨਿਜ ਓਕ। ਗੁਰੂ ਕੇ ਸਿੱਖ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਮਕਾਨ ਬਣਾਉਂਦੇ ਕਿ ਗੁਰੂ ਸਾਹਿਬ ਦੀ ਖੁਸ਼ੀ ਹੈ, ਸਤਿਗੁਰਾਂ ਦੀ ਮਿਹਰ ਹੈ। ਮਹਾਰਾਜ ਜੀ ਬੜੇ ਪ੍ਰਸੰਨ ਹੁੰਦੇ ਆ ਗੁਰੂ ਕੀ ਨਗਰੀ ਚ ਆ ਕੇ ਵਸੀਏ। ਤੋ ਬੇਅੰਤ ਸਿੱਖ ਜਿਹੜੇ ਨੇ ਉਹ ਆ ਕੇ, ਜਿਹੜੇ ਵਣਜਾਰੇ ਨੇ, ਵਪਾਰੀ ਨੇ, ਦੁਕਾਨਦਾਰ ਨੇ, ਉਹ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਸਣ ਲੱਗੇ ਨੇ। ਹਰ ਕਿੱਤੇ ਦਾ ਪ੍ਰਾਣੀ, ਜਿਸ ਵੀ ਕਿੱਤੇ ਨਾਲ ਕੋਈ ਜੁੜਿਆ, ਕੋਈ ਲੱਕੜ ਦਾ ਕੰਮ ਕਰਦਾ, ਕੋਈ ਲੋਹੇ ਦਾ ਕੰਮ ਕਰਦਾ, ਕੋਈ ਮਿੱਟੀ ਦੇ ਭਾਂਡੇ ਆਦਿਕ ਘੜਨ ਦਾ ਕੰਮ ਕਰਦਾ, ਕੋਈ ਸੋਨੇ ਦਾ ਕੰਮ ਕਰਦਾ, ਕੋਈ ਬਜਾਜੀ ਦਾ, ਕੱਪੜੇ ਦਾ ਕੰਮ ਕਰਦਾ, ਹਰ ਕਿੱਤੇ ਦੇ ਬੰਦਿਆਂ ਨੇ ਆ ਕੇ ਦੁਕਾਨਾਂ ਸ੍ਰੀ ਅੰਮ੍ਰਿਤਸਰ ਸਾਹਿਬ ਬਣਾਈਆਂ। ਮਹਾਰਾਜ 5ਵੇਂ ਪਾਤਸ਼ਾਹ ਨੇ ਬਕਾਇਦਾ ਉਹਨਾਂ ਦੀ ਸਹਾਇਤਾ ਕੀਤੀ। ਆਪਨ ਵਿੱਚ ਬਾਜ਼ਾਰ ਬਣਾਵੇ। ਔਰ ਆ ਕੇ ਬਾਜ਼ਾਰ ਦੇ ਵਿੱਚ ਆਪਣੇ, ਆਪਨ ਕਹਿੰਦੇ ਨੇ ਦੁਕਾਨਾਂ ਨੂੰ, ਜਿਹੜੇ ਬਾਜ਼ਾਰ ਗੁਰੂ ਸਾਹਿਬ ਨੇ ਬਣਾਏ ਨੇ
ਉਹਨਾਂ ਬਾਜ਼ਾਰਾਂ ਦੇ ਵਿੱਚ ਆ ਕੇ ਦੁਕਾਨਾਂ ਬਣਾਉਂਦੇ ਨੇ ਬਸਨ ਏਤ ਨਿਜ ਸਦਨ ਚਿਨਾਵੇਂ ਔਰ ਦੁਕਾਨਾਂ ਦੇ ਨਾਲ ਪਾਸੇ ਆਪਣੇ ਰਹਿਣ ਵਾਸਤੇ ਆਪਣੇ ਮਕਾਨ ਬਣਾ ਲੈਂਦੇ। ਕਈ ਸਿੱਖਾਂ ਨੇ ਮਕਾਨ ਦੇ ਅੱਗੇ ਦੁਕਾਨ ਬਣਾ ਲਈ ਤੇ ਪਿਛਲੇ ਪਾਸੇ ਆਪਣੀ ਰਿਹਾਇਸ਼ ਬਣਾ ਲਈ ਹੈ। ਏਦਾਂ ਦੋਹਰਾ ਕੰਮ ਵੀ ਕਈਆਂ ਨੇ ਕੀਤਾ ਹੈ। ਨਰਗਨਪੁਰ ਮੈਂ ਹੋਵਨ ਲਾਗੇ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਚ ਵਸੋਂ ਬਹੁਤ ਹੋਣ ਲੱਗੀ। ਤਦੇ ਤੇ ਗੁਰਦੇਵ ਨੇ ਆਖਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਸੰਘਣੀ ਵਸੋਂ ਹੋਣ ਲੱਗੀ। ਬੇਅੰਤ ਸੰਗਤ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਘਰ ਬਣਾ ਕੇ ਰਹਿਣ ਲੱਗੀ। ਆਨ ਆਨ ਬਾਸੇ ਵੱਡ ਭਾਗੇ ਵੱਡਿਆਂ ਭਾਗਾਂ ਵਾਲੇ ਗੁਰੂ ਕੇ ਸਿੱਖ ਨੇ ਜਿਹੜੇ ਗੁਰੂ ਕੀ ਪਵਿੱਤਰ ਨਗਰੀ ਚ ਆਣ ਕੇ ਵਸਦੇ ਹਨ, ਜਿਨ੍ਹਾਂ ਦੇ ਭਾਗ ਸਵੱਲੇ ਨੂੰ ਖਾਲਸਾ ਜੀ ਸ਼ਲੋਕ ਮੁਕਤੀ ਕਹਿੰਦੇ। ਆਪਣੇ ਇਸ਼ਟ ਦੀ ਨਗਰੀ ਚ ਰਹਿਣਾ, ਆਪਣੇ ਇਸ਼ਟ ਦੀ ਨਗਰੀ ਦੇ ਵਿੱਚ ਰਹਿਣਾ, ਇਹ ਸ਼ਲੋਕ ਮੁਕਤੀ ਹੈ। 4 ਪ੍ਰਕਾਰ ਦੀਆਂ ਮੁਕਤੀਆਂ ਹੁੰਦੀਆਂ, ਸ਼ਲੋਕ ਮੁਕਤੀ, ਸਮੀਪ ਮੁਕਤੀ, ਸਰੂਪ ਮੁਕਤੀ ਤੇ ਸਜੁਜ ਮੁਕਤੀ। ਸ਼ਲੋਕ ਮੁਕਤੀ ਹੁੰਦੀ ਆਪਣੇ ਇਸ਼ਟ ਦੇ ਲੋਕ ਵਿੱਚ ਸ਼ਹਿਰ 'ਚ ਰਹਿਣਾ, ਜਿਹੜਾ ਆਪਣੇ ਇਸ਼ਟ ਦਾ ਨਗਰ ਹੈ। ਕਹਿੰਦੇ ਵੱਡਿਆਂ ਭਾਗਾਂ ਵਾਲੇ ਨੇ ਸਿੱਖ ਜਿਹੜੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਆ ਕੇ ਰਹਿ ਰਹੇ ਨੇ, ਗੁਰੂ ਕੀ ਨਗਰੀ 'ਚ ਵਸ ਰਹੇ ਨੇ। ਕਰਨ ਲੱਗੇ ਵਿਵਹਾਰ ਵਡੇਰੇ ਔਰ ਵਡੇਰੇ ਵਪਾਰ ਕਰਨ ਲੱਗੇ ਹਨ, ਵਿਵਹਾਰ ਕਰਨ ਲੱਗੇ ਹਨ ਸਿੱਖ। ਜੈ ਕੈ ਆਪਣੇ ਸਿੱਖ ਜੋਹੇਰੇ ਜਿੱਥੇ ਕਿੱਥੇ ਸਤਿਗੁਰੂ ਜੀ ਨੇ ਆਪਣੇ ਸਿੱਖ ਵੇਖੇ ਤੈਂ ਤੇ ਆਪ ਬੁਲਾਵੇ ਨਾਥ। ਸਤਿਗੁਰੂ ਜੀ ਆਪ ਬੁਲਾਉਂਦੇ ਉਹਨਾਂ ਸਿੱਖਾਂ ਨੂੰ। ਜਿੱਥੇ ਕਿੱਥੇ ਵੀ ਸਿੱਖਾਂ ਬਾਰੇ ਜਾਣੀ ਜਾਣਦੇ, ਸਭ ਬਾਰੇ ਜਾਣਦੇ, ਸਤਿਗੁਰੂ ਆਪ ਸੱਦੇ ਭੇਜ ਭੇਜ ਕੇ ਬੁਲਾਉਂਦੇ। ਲਾਗੇ ਸੇਵ ਜੋ ਸ਼ਰਦਾ ਸਾਥ ਜਿਹੜੇ ਸਿੱਖ ਆ ਕੇ ਪੰਜਵੇਂ ਪਾਤਸ਼ਾਹ ਦੇ ਘਰ ਦੀ ਸੇਵਾ ਸ਼ਰਧਾ ਨਾਲ ਕਰਦੇ ਹਨ। ਕੀਤਕ ਸਿੱਖ ਆਪ ਤੇ ਆਏ ਉਹ ਗੁਰੂ ਕੀ ਖੁਸ਼ੀ ਦੇ ਪਾਤਰ ਬਣਦੇ। ਕਈਆਂ ਨੂੰ ਸੱਦਿਆ ਉਹ ਆ ਕੇ ਸੇਵਾ ਕਰਦੇ, ਕਈ ਸੱਦੇ ਨਹੀਂ ਉਹ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਸੇਵਾ ਕਰਦੇ ਹਨ। ਕਿਨੋਂ ਢਿਗ ਨਰ ਪਠੇ ਬੁਲਾਏ ਕਈਆਂ ਨੂੰ ਮਹਾਰਾਜ ਜੀ ਨੇ ਆਪ ਸੇਵਾਦਾਰ ਭੇਜ ਕੇ ਬੁਲਾਵਾ ਬੁਲਾ ਕੇ ਭੇਜਿਆ, ਬੁਲਾਇਆ ਹੈ। ਪੂਰਨ ਹੋਤ ਜਾਚਨਾ ਜਿਉਂ ਜਿਉਂ ਜਿਵੇਂ ਜਿਵੇਂ ਸਿੱਖਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਗੁਰੂ ਚਰਨਾਂ 'ਚ, ਇੱਛਾਵਾਂ ਪੂਰੀਆਂ ਹੁੰਦੀਆਂ, ਮਹਾਰਾਜ ਜੀ ਕਾਮਨਾਵਾਂ ਪੂਰੀਆਂ ਕਰਦੇ ਜਿਵੇਂ ਜਿਵੇਂ। ਸੁਨ ਸੁਨ ਜਸ ਆਵੇਂ ਸਭ ਤਿਉਂ ਤਿਉਂ ਸਤਿਗੁਰਾਂ ਦਾ ਜਸ ਸੁਣ ਸੁਣ ਕੇ ਤਿਉਂ ਤਿਉਂ ਸੰਗਤ ਚੱਲ ਕੇ ਆਉਂਦੀ ਗੁਰੂ ਚਰਨਾਂ 'ਚ। ਜਿਵੇਂ ਜਿਵੇਂ ਕਿਸੇ ਦੀ ਕਾਮਨਾ ਪੂਰੀ ਹੁੰਦੀ ਉਹ ਅੱਗੇ ਹੋਰਾਂ ਨੂੰ ਜਾ ਕੇ ਦੱਸਦਾ ਵੀ ਮੇਰੀ ਕਾਮਨਾ ਪੰਜਵੇਂ ਪਾਤਸ਼ਾਹ ਦੇ ਚਰਨਾਂ 'ਚ ਪੂਰੀ ਹੋਈ। ਉਹ ਹੋਰ ਆਉਂਦੇ ਚੱਲ ਕੇ, ਤਿਵੇਂ ਤਿਵੇਂ ਬੇਅੰਤ ਸੰਗਤ ਚੱਲ ਕੇ ਆਉਂਦੀ ਹੈ। ਦੋਹਰਾ ਫਫਰੀ ਗ੍ਰਾਮ ਵਿਖੇ ਬਸੈ ਬਹਿਲੋ ਸ੍ਰੇਸ਼ਟ ਜਾਟ। ਖਾਲਸਾ ਜੀ ਜ਼ਿਮੀਂਦਾਰਾਂ ਦੇ ਪਰਿਵਾਰਾਂ ਚੋਂ ਫਫੜੇ ਭਾਈ ਕੇ ਨਗਰ ਦੇ ਰਹਿਣ ਵਾਲੇ ਗੁਰੂ ਘਰ ਦੇ ਇੱਕ ਸੇਵਕ ਨੇ ਭਾਈ ਬਹਿਲੋ ਜੀ। ਮਾਲਵੇ ਦੇ ਇਲਾਕੇ ਵਿੱਚ ਇਹ ਨਗਰ ਹੈ ਫਫੜੇ ਭਾਈ ਕੇ। ਪਹਿਲਾ ਕੱਲਾ ਫਫੜੇ ਭਾਈ ਕੇ ਪਦਵੀ ਮਿਲੀ ਇਹਨਾਂ ਨੂੰ ਭਾਈ ਬਹਿਲੋ ਜੀ ਨੂੰ, ਉਦੋਂ ਫਫੜੇ ਭਾਈ ਕੇ ਨਗਰ ਹੋ ਗਿਆ। ਉਥੋਂ ਦੇ ਰਹਿਣ ਵਾਲੇ ਨੇ ਭਾਈ ਬਹਿਲੋ ਜੀ। ਖੂੰਡੀ ਕਰ ਮੈਂ ਧਾਰ ਕੈ ਕਰੇ ਸ਼ੇਖ ਕੋ ਠਾਠ। ਇਹ ਵੀ ਉਹਦੇ ਚੇਲੇ ਬਣੇ ਸੀ ਜਿਹਦੇ ਭਾਈ ਮੱਝ ਜੀ ਸੀ। ਬੇਨਤੀ ਕੀਤੀ ਸੀ ਕਿ ਏਦਾਂ ਬਹੁਤ ਸਾਰੇ ਗੁਰੂ ਘਰ ਦੇ ਵਿੱਚ ਸਿੱਖ ਬਣਨ ਤੋਂ ਪਹਿਲਾਂ ਕਈ ਐਸਿਆਂ ਦਾ ਇਤਿਹਾਸ ਆਇਆ ਸਿੱਖਾਂ ਦਾ ਵੀ ਜਦੋਂ ਤੱਕ ਗੁਰੂ ਘਰ ਕੀ ਸ਼ਰਨ ਨਹੀਂ ਸੀ ਆਏ ਉਹ ਪਹਿਲਾਂ ਸਖੀ ਸਰਵਰ ਦੇ ਚੇਲੇ ਰਹੇ। ਭਾਈ ਬਹਿਲੋ ਜੀ ਵੀ ਉਹਨਾਂ ਚੋਂ ਇੱਕ ਸੀ। ਗਲ 'ਚ ਖੂੰਡੀ ਪਾ ਕੇ ਰੱਖਦੇ ਲੱਕੜੀ ਦੀ, ਸਖੀ ਸਰਵਰ ਦੀ। ਹਾਂਜੀ, ਚੌਪਈ ਹੁਤੇ ਮਾਨੁਕ ਸੰਗ ਲਗਾਏ। ਔਰ ਭਾਈ ਬਹਿਲੋ ਜੀ ਦੀ ਮਾਨਤਾ ਵੀ ਸੀ ਇਲਾਕੇ 'ਚ, ਸਖੀ ਸਰਵਰ ਨੂੰ ਮੰਨਦੇ ਤੇ ਲੋਕ ਇਹਨਾਂ ਦੀ ਵੀ ਪੂਜਾ ਕਰਦੇ। ਪੂਰੀ ਮਾਨਤਾ ਸੀ ਇਲਾਕੇ ਦੇ ਵਿੱਚ, ਮਾਲਵੇ ਦੇ ਵਿੱਚ ਇਹਨਾਂ ਦੀ ਪੂਜਾ ਹੁੰਦੀ ਸੀ। ਪਰਸੀ ਜਾਏ ਨਿਗਾਹੇ ਥਾਈ। ਭਾਈ ਬਹਿਲੋ ਜੀ ਨਗਾਹੇ ਵਾਲੇ ਪੀਰ ਨੂੰ, ਇਹਨੂੰ ਨਗਾਹੇ ਵਾਲਾ ਵੀ ਕਹਿੰਦੇ ਆ, ਸਖੀ ਸਰਵਰ ਵੀ ਕਹਿੰਦੇ ਆ, ਤੋ ਏਦਾਂ ਲਾਲਾਂ ਵਾਲਾ ਵੀ ਕਹਿ ਦਿੰਦੇ।
ਉਹਦੇ ਕੋਲ ਨਗਾਈਏ ਪੀਰ ਦੇ ਕੋਲ ਜਾ ਕੇ ਭਾਈ ਬਹਿਲੋ ਜੀ ਜਾ ਕੇ ਸੇਵਾ ਕਰਦੇ ਸਨ। ਸਰਵਰ ਕੋ ਮੁਰੀਦ ਨਿਤ ਰਹੇ, ਸਖੀ ਸਰਵਰ ਦੇ ਮੁਰੀਦ ਬਣੇ ਹੋਏ ਸੀ, ਉਹਦੀ ਮੁਰੀਦੀ ਧਾਰਨ ਕੀਤੀ ਹੋਈ ਸੀ। ਸੁਲਤਾਨੀ ਤਿਸ ਕੋ ਸਭ ਕਹੇ, ਭਾਈ ਬਹਿਲੋ ਨੂੰ ਸੁਲਤਾਨੀ ਕਹਿੰਦੇ ਸੀ, ਵੀ ਇਹ ਸੁਲਤਾਨੀ ਹੈ। ਜਿਹੜੇ ਸਖੀ ਸਰਵਰ ਨੂੰ ਮੰਨਣ ਵਾਲੇ ਸੀ, ਪੂਜਣ ਵਾਲੇ, ਉਹਨਾਂ ਨੂੰ ਸੁਲਤਾਨੀਏ ਕਹਿੰਦੇ ਸੀ, ਕਿਉਂਕਿ ਉਹਨੂੰ ਵੀ ਸੁਲਤਾਨੀਆਂ ਕਹਿੰਦੇ, ਸੁਲਤਾਨੀਆਂ ਪੀਰ। ਤੋ ਇਸ ਕਰਕੇ ਭਾਈ ਬਹਿਲੋ ਵੀ ਸੁਲਤਾਨੀਆਂ ਸਦਾਉਂਦਾ ਹੈ। ਗੁਰੂ ਹੁਕਮਨਾਮਾ ਸੋ ਪਠਾਇਓ, ਪੰਜਵੇਂ ਪਾਤਸ਼ਾਹ ਜੀ ਨੇ ਆਪਣਾ ਇੱਕ ਹੁਕਮਨਾਮਾ ਲਿਖ ਕੇ ਭਾਈ ਬਹਿਲੋ ਤਾਈਂ ਭੇਜਿਆ। ਹਾਲਾਂਕਿ ਭਾਈ ਬਹਿਲੋ ਨੂੰ ਗੁਰੂ ਪਾਤਸ਼ਾਹ ਬਾਰੇ ਨਹੀਂ ਸੀ ਪਤਾ, ਪਰ ਪੰਜਵੇਂ ਪਾਤਸ਼ਾਹ ਜਾਣਦੇ ਨੇ ਵੀ ਇਹ ਸਾਡਾ ਪੂਰਬਲੇ ਜਨਮ ਦਾ ਵੀ ਸੇਵਕ ਹੈ। ਕੋਈ ਕਰਮ ਆ ਗਿਆ ਮਾੜਾ ਅੱਗੇ, ਉਹਦੇ ਕਰਕੇ ਸਖੀ ਸਰਵਰ ਦੀ ਮੁਰੀਦੀ ਧਾਰੀ ਆ ਇਹਨੇ, ਤੇ ਕਰਮ ਕੱਟਣਾ ਵੀ ਸਤਿਗੁਰੂ ਜੀ ਨੇ ਸੀ। ਤੋ ਮਹਾਰਾਜ ਜੀ ਨੇ ਹੁਕਮਨਾਮਾ ਲਿਖ ਕੇ ਭੇਜਿਆ ਪੰਜਵੇਂ ਗੁਰਦੇਵ ਨੇ। ਗਇਓ ਸਿੱਖ ਨੇ ਸਕਲ ਸੁਨਾਇਓ, ਉਹ ਹੁਕਮਨਾਮਾ ਲੈ ਕੇ ਸਿੱਖ ਭਾਈ ਬਹਿਲੋ ਜੀ ਦੇ ਪਾਸ ਫਫੜੇ ਭਾਈ ਕੇ ਨਗਰ ਚ ਆਇਆ ਤੇ ਇਹਨੂੰ ਸੁਣਾਇਆ। ਗੁਰੂ ਹੁਕਮ ਕੋ ਸੁਨ ਕਰ ਤਦਾ, ਭਾਈ ਬਹਿਲੋ ਨੇ ਜਦੋਂ ਸਤਿਗੁਰੂ ਜੀ ਦਾ ਹੁਕਮਨਾਮਾ ਸੁਣਿਆ, ਕਇਓ ਨਾ ਮੇਲ ਤਿਨੋ ਸੋ ਕਦਾ, ਸਿੱਖ ਨੂੰ ਕਹਿਣ ਲੱਗਾ, ਜੀ ਮੈਂ ਤਾਂ ਕਦੇ ਤੁਹਾਡੇ ਗੁਰੂ ਨੂੰ ਮਿਲਿਆ ਨਹੀਂ ਜਿਨ੍ਹਾਂ ਨੇ ਮੈਨੂੰ ਹੁਕਮਨਾਮਾ ਭੇਜਿਆ, ਕਿ ਮੇਰਾ ਤਾਂ ਕਦੇ ਉਹਨਾਂ ਨਾਲ ਮਿਲਾਪ ਨਹੀਂ ਹੋਇਆ, ਮੈਂ ਕਦੇ ਉਹਨਾਂ ਨੂੰ ਮਿਲਿਆ ਨਹੀਂ। ਹਮ ਕਬ ਮਿਲੇ ਨਹੀਂ ਕਬ ਗਏ, ਨਾ ਮੈਂ ਕਦੇ ਉਹਨਾਂ ਨੂੰ ਮਿਲਿਆ ਤੇ ਨਾ ਹੀ ਮੈਂ ਕਦੇ ਉਹਨਾਂ ਦੇ ਪਾਸ ਚੱਲ ਕੇ ਗਿਆ ਹਾਂ। ਲਿਖਨ ਪੜਨ ਕੋ ਪ੍ਰਥਮ ਨ ਪਏ, ਮੇਰੇ ਨਾਲ ਕਦੇ ਕੋਈ ਲਿਖਤ ਪੜਤ ਵਾਲੀ ਗੱਲ ਵੀ ਨਹੀਂ ਹੋਈ। ਜਿਵੇਂ ਆ ਹੁਕਮਨਾਮਾ ਅੱਜ ਭੇਜਿਆ, ਕਦੇ ਪਹਿਲਾਂ ਆਇਆ ਨਹੀਂ, ਵੀ ਲਿਖਤ ਪੜਤ ਵਾਲੀ ਵੀ ਗੱਲ ਕਦੇ ਗੁਰੂ ਜੀ ਨਾਲ ਮੇਰੀ ਨਹੀਂ ਹੋਈ। ਤਿਨ ਸਮੀਪ ਕਿਮ ਜਾਵਨ ਬਨੇ, ਮੈਂ ਉਹਨਾਂ ਦੇ ਕੋਲ ਕਿਉਂ ਜਾਵਾਂ ਜਦੋਂ ਮੈਂ ਉਹਨਾਂ ਨੂੰ ਜਾਣਦਾ ਹੀ ਨਹੀਂ, ਮੇਰਾ ਉਹਨਾਂ ਨਾਲ ਕੋਈ ਸਬੰਧ ਹੀ ਨਹੀਂ, ਨਾ ਕਦੇ ਉਹ ਮੈਨੂੰ ਮਿਲੇ ਨਾ ਮੈਂ ਕਦੇ ਉਹਨਾਂ ਨੂੰ ਮਿਲਿਆ, ਤੇ ਫਿਰ ਹੁਣ ਮੇਰਾ ਤਾਂ ਜਾਣਾ ਹੀ ਨਹੀਂ ਬਣਦਾ। ਉਹਨਾਂ ਦਾ ਹੁਕਮਨਾਮਾ ਤਾਂ ਉਹ ਮੰਨੇ ਜਿਹੜਾ ਉਹਨਾਂ ਦਾ ਸੇਵਕ ਹੋਵੇ, ਮੈਂ ਤਾਂ ਸੇਵਕ ਹਾਂ ਹੀ ਨਹੀਂ ਉਹਨਾਂ ਦਾ, ਤੇ ਮੇਰਾ ਕਿਵੇਂ ਜਾਣਾ ਬਣਦਾ ਉਹਨਾਂ ਦੇ ਕੋਲ। ਦੇਖੋ ਕਰ ਵਿਚਾਰ ਨਿਜ ਮਨੇ, ਉਸ ਸਿੱਖ ਨੂੰ ਭਾਈ ਬਹਿਲੋ ਜੀ ਕਹਿੰਦੇ, ਸਿੱਖਾ ਤੂੰ ਆਪ ਸਿਆਣਾ, ਵਿਚਾਰ ਕਰਕੇ ਵੇਖ। ਭੇਖ ਪਿਰਾਈ ਕੋ ਤਨ ਕਰੋ, ਮੈਂ ਤਾਂ ਪਿਰਾਈ ਦਾ ਭੇਖ ਧਾਰਿਆ, ਯਾਨੀ ਕਿ ਸਰਵਰ ਦਾ। ਆ ਵੇਖ ਗਲ 'ਚ ਖੁੰਡੀ ਪਾ ਕੇ ਧਰੀ ਦੀ ਐ, ਆ ਚਮੜੇ ਦਾ ਇੱਕ ਝੋਲਾ ਜਾ ਇਹ ਵੀ ਮੈਂ ਗਲ 'ਚ ਪਾਇਆ। ਇਹ ਸਖੀ ਸਰਵਰ ਦਾ ਜਿਹੜਾ ਭੇਖ ਹੈ ਮੈਂ ਉਹ ਧਾਰਿਆ ਹੋਇਆ। ਖੁੰਡੀ ਖਲਰਾ ਗਲ ਮੈਂ ਧਰੋ, ਆ ਖੁੰਡੀ ਤੇ ਖੱਲੜਾ ਇਹ ਮੈਂ ਆਪਣੇ ਗਲ 'ਚ ਧਾਰਿਆ ਹੋਇਆ। ਇਸੀ ਦੇਸ਼ ਕੇ ਨਰਦਨ ਸਾਰੇ, ਇਸੇ ਦੇਸ਼ ਦੇ ਜਿੰਨੇ ਲੋਕ ਹਨ, ਮੁਝ ਸਨਮਾਨੇ ਚਲੇ ਪਿਛਾਰੇ, ਸਾਰੇ ਮੇਰਾ ਸਨਮਾਨ ਕਰਦੇ ਨੇ, ਮੇਰੇ ਪਿੱਛੇ ਪਿੱਛੇ ਚੱਲਦੇ ਨੇ ਜਦੋਂ ਮੈਂ ਨਗਾਈਏ ਵਾਲੇ ਪੀਰ ਦੇ ਦਰਸ਼ਨਾਂ ਨੂੰ ਜਾਣਾ। ਇਹ ਦੁਨੀਆ, ਇਹ ਲੋਕ ਇਲਾਕੇ ਦੇ ਮੈਨੂੰ ਪੂਜਦੇ ਨੇ, ਮੇਰੇ ਪਿੱਛੇ ਪਿੱਛੇ ਚੱਲਦੇ ਨੇ। ਮੁਖ ਸਬਨ ਮੈਂ ਮੁਰ ਵਡਿਆਈ, ਮੇਰੀ ਵਡਿਆਈ ਨਾ ਸਾਰਿਆਂ 'ਚ ਪ੍ਰਮੁੱਖ ਹੈ, ਯਾਨੀ ਕਿ ਮੈਨੂੰ ਸਭ ਤੋਂ ਆਪਣਾ ਵੱਡਾ ਆਗੂ ਸਮਝਦੇ। ਸਖੀ ਸਰਵਰ ਦਾ ਮੈਂ ਵੱਡਾ ਚੇਲਾ, ਇਹ ਸਾਰੇ ਪਿੱਛੇ ਮੇਰੇ ਚੇਲੇ ਬਣੇ ਹੋਏ ਨੇ, ਤੇ ਮੇਰਾ ਤਾਂ ਗੁਰੂ ਜੀ ਨਾਲ ਕੋਈ ਸੰਬੰਧ ਹੀ ਨਹੀਂ। ਮੈਂ ਭੇਖ ਸਰਵਰ ਦਾ ਧਾਰਿਆ, ਗੁਰੂ ਅਰਜਨ ਸਾਹਿਬ ਜੀ ਨੂੰ ਮੈਂ ਨਹੀਂ ਜਾਣਦਾ, ਉਹਨਾਂ ਦਾ ਹੁਕਮਨਾਮਾ ਮੈਂ ਕਿਵੇਂ ਜਾਣਾ ਮੰਨਾ। ਰਹੇ ਸੈਂਕੜੇ ਨਰ ਚੌਕਾਈ, ਮੇਰੇ ਚਾਰੇ ਪਾਸੇ ਸੈਂਕੜੇ ਬੰਦੇ ਨੇ ਮੇਰੀ ਸਿੱਖੀ ਸੇਵਕੀ। ਆ ਵੇਖੋ, ਮੈਂ ਕੋਈ ਛੋਟਾ ਮੋਟਾ ਬੰਦਾ ਥੋੜੀ ਆ। ਇਹਦਾ ਇਲਾਕੇ ਦੇ ਵਿੱਚ ਮੇਰੀ ਚੌਧਰਤਾ ਚੱਲਦੀ ਹੈ, ਮੈਂ ਪ੍ਰਮੁੱਖਾਂ ਇਲਾਕੇ 'ਚ। ਆ ਸੈਂਕੜੇ ਲੋਕ ਮੇਰੇ ਅੱਗੇ ਪਿੱਛੇ ਟੁਰੇ ਫਿਰਦੇ ਨੇ। ਮੈਂ ਆਗੇ ਥਿਤ ਹੋਏ ਸੁਲਤਾਨ, ਮੈਂ ਇਹਨਾਂ ਸਾਰਿਆਂ ਦੇ ਮੂਹਰੇ ਹੋ ਕੇ ਸੁਲਤਾਨ ਦੀ ਪੂਜਾ ਕਰਦਾ। ਜਾਰਤ ਕੋ ਕਰਵਾਏ ਮਹਾਨ, ਮੈਂ ਆਪ ਯਾਤਰਾ ਤੇ ਜਾਣਾ ਸੁਲਤਾਨ ਦੀ। ਅਸੀਂ ਤਾਂ ਉਹ ਮੁਲਤਾਨ ਜਿੱਥੇ ਉਹਦਾ ਜਨਮ ਹੋਇਆ ਉੱਥੇ ਜਾ ਕੇ ਆਈਦਾ।
ਮੈਂ ਆਪ ਵੀ ਜਾਣਾ ਤੇ ਇਹਨਾਂ ਲੋਕਾਂ ਨੂੰ ਵੀ ਆਪਣੇ ਨਾਲ ਮੂਹਰੇ ਹੋ ਕੇ ਲੱਗ ਕੇ ਲੈ ਕੇ ਜਾਣਾ। इस प्रकार मेरी अब बात, ਮੇਰੀ ਇਹ ਗੱਲ ਹੈ, ਮੇਰੀ ਇਹ ਬਾਤ ਹੈ। तैं तज चलन बने किस पात। ਮੈਂ ਆਪਣੇ ਸਰਵਰ ਦੀ ਪੂਜਾ ਛੱਡ ਕੇ ਤੇ ਗੁਰੂ ਸਾਹਿਬ ਜੀ ਦੇ ਕੋਲ ਕਿਵੇਂ ਜਾਵਾਂ? ਮੇਰਾ ਤਾਂ ਜਾਣਾ ਬਣਦਾ ਹੀ ਨਹੀਂ, ਨਾ ਹੀ ਮੈਂ ਉਹਨਾਂ ਨੂੰ ਜਾਣਦਾ। बिना लाभ देखे किस थान, ਬਿਨਾਂ ਕਿਸੇ ਲਾਭ ਤੋਂ ਮੈਂ ਉੱਥੇ ਜਾ ਕੇ ਕੀ ਖੱਟਣਾ ਕੀ ਲੈਣਾ? मूर्ख भीन प्रवृत्ते जान। ਫਿਰ ਅੱਗੋਂ ਇਹ ਵੀ ਕਿਹਾ ਭਾਈ ਬਹਿਲੋ ਨੇ, ਕਹਿਣ ਲੱਗੇ ਵੀ ਮੂਰਖ ਬੰਦਾ ਵੀ ਨਹੀਂ ਉੱਥੇ ਜਾਂਦਾ ਜਿੱਥੇ ਕੋਈ ਲਾਭ ਨਾ ਹੋਵੇ। ਜਿਹੜਾ ਕੋਈ ਮੂਰਖ ਬੰਦਾ ਵੀ ਹੁੰਦਾ ਹੈ ਉਹ ਵੀ ਉੱਥੇ ਨਹੀਂ ਜਾਂਦਾ ਜਿੱਥੇ ਲਾਭ ਨਾ ਹੋਵੇ, ਤੇ ਮੇਰਾ ਤਾਂ ਉੱਥੇ ਕੋਈ ਕੰਮ ਹੀ ਨਹੀਂ, ਤੇ ਮੈਂ ਐਡਾ ਮੰਜ਼ਲ ਤੈਅ ਕਰਕੇ ਕਿਉਂ ਜਾਵਾਂ? इम सुन कै सिख चलियो सो गयो। ਇਹ ਸੁਣ ਕੇ ਭਾਈ ਬਹਿਲੋ ਦੀਆਂ ਗੱਲਾਂ ਸਿੱਖ ਨੇ ਵੇਖਿਆ ਵੀ ਹੈ ਤਾਂ ਸੱਚ ਹੀ ਕਹਿੰਦਾ ਹੈ, ਵੀ ਗੁਰੂ ਸਾਹਿਬ ਤਾਂ ਇਹਨੂੰ ਕਦੇ ਮਿਲੇ ਨਹੀਂ ਹਨ, ਤੇ ਇਹ ਗੁਰੂ ਸਾਹਿਬ ਨੂੰ ਕਦੇ ਨਹੀਂ ਮਿਲਿਆ। ਭਾਈ ਉਹ ਬਹਿਲੋ ਦੇ ਬਚਨ ਸੁਣ ਕੇ ਸਿੱਖ ਵਾਪਸ ਪਰਤਿਆ। गुरसों सर्ब जनावत भयो। ਕਹਾ ਕਿ ਮਹਾਰਾਜ ਪੰਜਵੇਂ ਗੁਰਦੇਵ ਨੂੰ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਦੱਸਿਆ, सतगुर घर को नाइन मेली। ਮਹਾਰਾਜ ਜੀ ਉਹ ਤੁਹਾਡੇ ਘਰ ਦਾ ਮੇਲੀ ਨਹੀਂ ਹੈ, ਉਹ ਤੁਹਾਡੇ ਘਰ ਕਦੇ ਨਹੀਂ ਆਇਆ। भेद न जाने आयस पेली। ਮਹਾਰਾਜ ਉਹ ਤੁਹਾਡਾ ਭੇਦ ਨਹੀਂ ਜਾਣਦਾ, ਉਹਨੇ ਤੁਹਾਡਾ ਹੁਕਮਨਾਮਾ ਮੋੜ ਦਿੱਤਾ। सुन सिख ते सगरी तिस बात। ਜਦੋਂ ਸਿੱਖ ਨੇ ਭਾਈ ਬਹਿਲੋ ਦੀ ਸਾਰੀ ਗੱਲ ਸੁਣਾਈ, ਗੁਰਦੇਵ ਨੇ ਸੁਣੀ, श्री अर्जन बोले मुस्कात। ਤੇ ਮੁਸਕਰਾ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਬੋਲੇ, बहुर जाए को हुक्म हमारा। ਮਹਾਰਾਜ ਜੀ ਕਹਿੰਦੇ ਸਿੱਖਾ ਫਿਰ ਜਾ, ਦੁਬਾਰਾ ਜਾ ਕੇ ਸਾਡਾ ਹੁਕਮ ਸੁਣਾ ਭਾਈ ਬਹਿਲੋ ਨੂੰ। सुध ना रही तो हृदय मजारा। ਜਾ ਕੇ ਆਖੀ ਕਿ ਭਾਈ ਬਹਿਲੋ ਤੈਨੂੰ ਸੁੱਧ ਨਹੀਂ ਰਹੀ, ਤੈਨੂੰ ਚੇਤਾ ਨਹੀਂ ਰਿਹਾ। या ते जात तुरक की गोर। ਇਸੇ ਕਰਕੇ ਤੂੰ ਗੁਰੂ ਘਰ ਦੀ ਸਿੱਖੀ ਨੂੰ ਛੱਡ ਕੇ ਤੁਰਕ ਦੀ ਗੋਰ ਨੂੰ ਜਾ ਕੇ ਪੂਜਦਾ, ਸਰਵਰ ਦੀ ਕਬਰ ਨੂੰ ਜਾ ਕੇ ਪੂਜਦਾ ਹੈ। माने बिन बुद्ध ते कर जोर। ਔਰ ਬਿਨਾਂ ਬੁੱਧੀ ਤੋਂ ਹੱਥ ਜੋੜ ਕੇ ਜਾ ਕੇ ਉਸ ਸਰਵਰ ਨੂੰ ਮੰਨਦਾ ਹੈ, ਸਰਵਰ ਨੂੰ ਪੂਜਦਾ। ਤੈਨੂੰ ਦਰਅਸਲ ਸੁੱਧ ਨਹੀਂ ਰਹੀ, ਤੂੰ ਪੂਰਬਲੇ ਜਨਮ ਦਾ ਸਾਡੇ ਘਰ ਦਾ ਸੇਵਕ ਹੈ, ਉਹਦੀ ਤੈਨੂੰ ਸੁੱਧ ਨਹੀਂ ਹੈ। ਕੋਈ ਕਰਮ ਆ ਗਿਆ ਮਾੜਾ, ਜਿਸ ਕਰਕੇ ਤੂੰ ਗੁਰੂ ਘਰ ਦੀ ਸਿੱਖੀ ਸੇਵਕੀ ਤੋਂ ਮੂੰਹ ਫੇਰ ਕੇ ਉਸ ਸਰਵਰ ਦੀ ਜਾ ਕੇ ਪੂਜਾ ਕਰਦਾ, ਜਿਹਦੀ ਪੂਜਾ ਕਰਕੇ ਤੈਨੂੰ ਕੁਝ ਵੀ ਹਾਸਲ ਨਹੀਂ ਹੋਣਾ। ਭੇਡ ਚਾਲ ਨਰ ਮੰਦਨ ਕੇਰੀ। ਜਿਹੜੇ ਮੰਦ ਬੁੱਧੀ ਲੋਕ ਹੁੰਦੇ ਆ, ਜਿਨ੍ਹਾਂ ਦੀ ਲੋਕਾਂ ਦੀ ਭੇਡਾ ਚਾਲ ਹੁੰਦੀ ਹੈ, ਉਹ ਭੇਡ ਚਾਲ ਕਰਦਿਆਂ ਕਰਦਿਆਂ ਉਦਾਂ ਹੀ ਜਾ ਕੇ ਉਹਨੂੰ ਪੂਜਣ ਲੱਗ ਪਏ ਸਰਵਰ ਨੂੰ। ਨਾ ਉਹਦਾ ਇੱਧਰ ਪੰਜਾਬ ਦੇ ਨਾਲ ਕੋਈ ਵਾਹ ਨਾ ਵਾਸਤਾ, ਨਾ ਇੱਧਰ ਕਦੇ ਉਹ ਆਇਆ। ਉਹਦੀਆਂ ਥਾਵਾਂ ਥਾਵਾਂ ਤੇ ਜਗ੍ਹਾਵਾਂ ਬਣਾ ਦਿੱਤੀਆਂ, ਕਬਰਾਂ ਬਣਾ ਦਿੱਤੀਆਂ, ਪੀਰ ਬਣਾ ਦਿੱਤੇ, ਤੇ ਉੱਤੇ ਬਹਿ ਗਏ ਮਸਤ। ਉਹ ਹੋਰ ਕਈ ਤਰ੍ਹਾਂ ਦੇ ਪਖੰਡ ਸੰਸਾਰ ਵਿੱਚ ਸਮਾਜ 'ਚ ਫੈਲਾਈ ਜਾਂਦੇ। ਮਹਾਰਾਜ ਜੀ ਕਹਿੰਦੇ ਉਹਦੇ ਨਾਲ ਤੇਰਾ ਕੋਈ ਵਾਹ ਵਾਸਤਾ ਨਹੀਂ, ਭੇਡਾ ਚਾਲ ਹੈ ਮਾੜੀ ਮੱਤ ਵਾਲੇ ਲੋਕਾਂ ਦੀ। ਕਿਸੇ ਨੇ ਪੁੱਛਿਆ ਮਾਸਟਰ ਨੇ ਬੱਚਿਆਂ ਨੂੰ ਵੀ 100 ਭੇਡਾਂ ਇੱਕ ਖੂਹ 'ਚ ਡਿੱਗੀ ਪਿੱਛੇ ਕਿੰਨੀਆਂ ਬਚੀਆਂ? ਕਿਸੇ ਆਖਿਆ ਜੀ 99। ਇੱਕ ਬੱਚਾ ਕਹਿੰਦਾ ਨਹੀਂ ਜੀ ਕੋਈ ਵੀ ਨਾ ਬਚੀ। ਕਹਿੰਦੇ ਜਦੋਂ ਇੱਕ ਡਿੱਗੀ ਕੋਈ ਵੀ ਕਿਉਂ ਨਾ ਬਚੀ? ਕਹਿੰਦੇ ਇੱਕ ਨੂੰ ਵੇਖ ਕੇ ਬਾਕੀ 99 ਨੇ ਵੀ ਉੱਥੇ ਹੀ ਛਾਲ ਮਾਰੀ। ਇਹੀ ਜਗਤ ਦੀ ਪ੍ਰਵਿਰਤੀ ਹੈ। ਮਹਾਰਾਜ ਜੀ ਕਹਿੰਦੇ ਭੇਡ ਚਾਲ ਨਰ ਮੰਦਨ ਕੇਰੀ, ਮਾੜੀ ਮੱਤ ਵਾਲਿਆਂ ਦੀ ਭੇਡ ਚਾਲ ਹੈ ਲੋਕਾਂ ਦੀ। ਹੋਤ ਪ੍ਰਵਿਰਤ ਅਪਰ ਕੋ ਹੇਰੀ। ਦੂਜੇ ਨੂੰ ਦੇਖ ਕੇ ਲੱਗ ਪੈਣਾ ਪਿੱਛੇ। ਦੂਜੇ ਨੇ ਤੀਜੇ ਨੇ ਵੇਖਿਆ, ਉਹ ਵੀ ਚੱਲ ਪਿਆ ਵੀ ਫਲਾਣਾ ਟੁਰਿਆ ਜਾਂਦਾ, ਅਸੀਂ ਵੀ ਟੁਰ ਪਈਏ। ਸਿਰ ਸੁੱਟ ਕੇ ਭੇਡਾਂ ਟੁਰੀਆਂ ਜਾਂਦੀਆਂ ਨੇ ਇੱਕ ਦੇ ਦੂਜੇ ਦੀ ਤੀਜੇ। ਏਦਾਂ ਭੇਡਾ ਚਾਲ ਹੈ ਲੋਕਾਂ ਦੀ। ਹਾਂਜੀ, ਬੁਰੀ ਭਲੀ ਨੇ ਕਰਤ ਵਿਚਾਰ। ਇਹ ਨਹੀਂ ਵਿਚਾਰ ਕਰਦੇ ਵੀ ਅਸੀਂ ਇਹ ਕੰਮ ਕਰ ਰਹੇ ਹਾਂ ਵੀ ਇਹ ਬੁਰਾ ਕਿ ਭਲਾ ਹੈ, ਵੀ ਇਹ ਸਾਨੂੰ ਸੋਭਦਾ ਕਬਰਾਂ ਨੂੰ ਪੂਜਣਾ। ਕਬਰਾਂ ਦੇ ਵਿੱਚ ਜਾ ਕੇ ਉੱਥੇ ਇੱਕ ਮੁਜਾਵਰ ਬੈਠਾ ਹੁੰਦਾ, ਉਹਦੇ ਕੋਲ ਰੋਟ ਚੜਾਉਂਦੇ, ਉਹ ਝੂਠਾ ਕਰਕੇ ਦਿੰਦਾ, ਉਹਦਾ ਰੋਟ ਖਾਂਦੇ ਸਾਰੇ।
ਉਹਨੂੰ ਸੀਰ ਨਹੀਂ ਦਿੰਦੇ, ਉਹ ਸ਼ੀਰ ਨਹੀਂ ਖਾਂਦਾ, ਉਹਦੀ ਜੂਠੀ ਖਾ ਕੇ ਫਿਰ ਅੱਗੇ ਕਹਿੰਦੇ ਜੀ ਸਾਨੂੰ ਪ੍ਰਸਾਦ ਮਿਲ ਗਿਆ। ਪਾਤਸ਼ਾਹ ਕਹਿੰਦੇ ਵੇਖਦੇ ਨਹੀਂ ਵੀ ਅਸੀਂ ਇਹ ਜਿਹੜੀ ਖੋਟੀ ਕਿਰਤ ਕਰ ਰਹੇ ਹਾਂ ਵੀ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਨਹੀਂ, ਇਹ ਵਿਚਾਰ ਨਹੀਂ ਕਰਦੇ। ਭੇਡਾਂ ਵਾਲੀ ਬਿਰਤੀ ਆ, ਸਿਰ ਸੁੱਟ ਕੇ ਟੁਰੇ ਹੋਏ ਨੇ। ਮਾਨੇ ਤੁਰਕ ਜਨਮ ਕੋ ਹਾਰ, ਉਸ ਤੁਰਕ ਨੂੰ ਮੰਨ ਕੇ ਆਪਣਾ ਜਨਮ ਹਾਰਿਆ। ਜੰਮਿਆ ਤੂੰ ਜ਼ਿਮੀਂਦਾਰਾਂ ਦੇ ਘਰਾਂ 'ਚ ਹੈ, ਪੂਜਾ ਤੂੰ ਉਸ ਤੁਰਕ ਦੀ ਕਰ ਰਿਹਾ, ਤੂੰ ਆਪਣਾ ਜਨਮ ਹਾਰੇਗਾ। ਦੋਇ ਲੋਕਨ ਮੈਂ ਨਹਿਨ ਸਹਾਈ, ਉਹ ਜਿਹੜਾ ਪੀਰ ਆ ਸਖੀ ਸਰਵਰ ਜਿਹਦੀ ਤੈਂ ਪੂਜਾ ਕਰਦਾ, ਉਹਨੇ ਨਾ ਤੇਰੀ ਇਸ ਲੋਕ 'ਚ ਸਹਾਇਤਾ ਕਰਨੀ ਹੈ ਤੇ ਨਾ ਹੀ ਪਰਲੋਕ 'ਚ ਬਾਂਹ ਫੜਨੀ ਹੈ। ਉਹ ਤਾਂ ਜਿਹੜਾ ਆਪ ਅਵਗਤ ਹੈ ਉਹ ਕਿਸੇ ਨੂੰ ਕੀ ਮੁਕਤੀ ਦੇਵੇਗਾ, ਜਿਹੜਾ ਆਪ ਅਵਗਤ ਹੈ ਉਹ ਕਿਸੇ ਨੂੰ ਕੀ ਮੁਕਤੀ ਦੇਵੇਗਾ। ਉਹਨਾਂ ਬਾਬਤ ਏਦਾਂ ਦੀ ਕਹਾਵਤ ਪ੍ਰਸਿੱਧ ਹੈ ਕਿ ਚਮ ਗਿੱਦੜਾਂ ਦੇ ਆਏ ਪ੍ਰਾਹੁਣੇ, ਜੈਸੇ ਹਮ ਲਟਕੇ ਤੈਸੇ ਤੁਮ ਲਟਕੋ। ਜਿਹੜੇ ਉਹ ਕਹਿੰਦੇ ਅਸੀਂ ਆਪ ਅਵਗਤ ਹਾਂ, ਅਸੀਂ ਆਪ ਰੁੜੇ ਜਾਂਦੇ, ਆ ਜਾਓ ਥੋੜਾ ਜਿਹਾ ਅਗਲੇ ਪਾਸੇ ਤੁਸੀਂ ਰੁੜ ਜਾਓ। ਪਾਤਸ਼ਾਹ ਕਹਿੰਦੇ ਉਹਨੇ ਨਾ ਤੁਹਾਡਾ ਲੋਕ ਸਵਾਰਨਾ ਤੇ ਨਾ ਹੀ ਪਰਲੋਕ ਸਵਾਰਨਾ। ਪੂਜੇ ਗੋਰ ਨਰਕ ਪੁੰਨ ਪਾਈ, ਫਿਰ ਗੋਰ ਨੂੰ ਪੂਜ ਕੇ ਨਰਕਾਂ ਦਾ ਗੋਤਾ ਪਾਵੋਗੇ, ਨਰਕਾਂ ਵਿੱਚ ਜਾਵੋਗੇ ਜਦੋਂ ਗੋਰਾਂ ਨੂੰ ਪੂਜੋਗੇ। ਤੂੰ ਗੁਰ ਘਰ ਕੋ ਦਾਸ ਸਦੀਵਾ, ਭਾਈ ਪਹਿਲੋ ਇਹ ਕੰਮ ਤੈਨੂੰ ਨਹੀਂ ਸੋਭਦਾ, ਤੂੰ ਗੁਰੂ ਘਰ ਦਾ ਦਾਸ ਹੈ ਸਦਾ। ਮਹਾਰਾਜ ਜੀ ਕਹਿੰਦੇ ਭਾਈ ਬਹਿਲੋ ਤੂੰ ਗੁਰੂ ਘਰ ਦਾ ਦਾਸ ਹੈ ਸਦੀਵਾ। ਸੇਵਾ ਕਰਤ ਮਹਾ ਮਨ ਨੀਵਾ, ਤੂੰ ਸੇਵਾ ਕੀਤੀ ਹੈ ਪਹਿਲੇ ਜਨਮਾਂ 'ਚ, ਗੁਰੂ ਘਰ ਦੇ ਸੇਵਾ ਹੁਣ ਵੀ ਕਰ ਨੀਵਾ ਮਨ ਕਰਕੇ। ਜੈ ਜੈ ਭਾ ਅਵਤਾਰ ਹਮਾਰਾ, ਮਹਾਰਾਜ ਕਹਿੰਦੇ ਜਿਹੜੇ ਸਾਡੇ ਪਹਿਲੇ ਅਵਤਾਰ ਜਿੱਥੇ ਜਿੱਥੇ ਹੋਏ, ਤਾਹਾਂ ਤਾਂ ਤੈਂ ਸਾਥ ਸੰਭਾਰਾ। ਉੱਥੇ ਉੱਥੇ ਸਾਡੀ ਸੇਵਾ ਕੀਤੀ ਆ ਨਾਲ ਹੋ ਕੇ। ਜਨਮ ਮਰਨ ਕੋ ਕਸ਼ਟ ਮਿਟਾਏ, ਹੁਣ ਸਮਾਂ ਆਇਆ ਤੇਰੇ ਜਨਮ ਤੇ ਮਰਨ ਦਾ ਕਸ਼ਟ ਮਿਟਾਉਣ ਦਾ। ਹੁਣ ਤੇਰੇ ਜਨਮ ਮਰਨ ਦਾ ਕਸ਼ਟ ਮਿਟਾਣਾ ਹੈ। ਸਮਾਂ ਪਿਓ ਪ੍ਰਾਪਤ ਅਬ ਆਏ, ਹੁਣ ਸਮਾਂ ਹੋ ਗਿਆ, ਪ੍ਰਾਪਤ ਹੋ ਆਇਆ ਹੈ ਤੇਰੇ ਜਨਮ ਮਰਨ ਦੀ ਬੰਦ ਖਲਾਸੀ ਦਾ। ਅਨੇਕ ਜਨਮ ਮੈਂ ਕਾਲੀ ਕਾਲ, ਅਨੇਕਾਂ ਜਨਮਾਂ 'ਚ ਘਾਲਣਾ ਘਾਲੀ ਹੈ। ਤਿਸ ਕੋ ਫਲ ਅਬ ਮਿਲੇ ਵਿਸਾਲ, ਉਹਦਾ ਫਲ ਹੁਣ ਤੈਨੂੰ ਵਿਸ਼ਾਲ ਰੂਪ 'ਚ ਪ੍ਰਾਪਤ ਹੋਵੇਗਾ। ਜਿਸ ਅੰਮ੍ਰਿਤ ਕੋ ਜਾਚਤ ਜਬੇ, ਜਿਸ ਅੰਮ੍ਰਿਤ ਤੂੰ ਮੰਗਦਾ ਸੀ ਨਾ ਪਹਿਲੇ ਜਨਮ 'ਚ, ਜਿਸ ਅੰਮ੍ਰਿਤ ਦੀ ਤਾਂ ਮੰਗ ਕਰਦਾ ਸੀ, ਸਮਾਂ ਜਾਨ ਪ੍ਰਾਪਤ ਸੋ ਅਬੇ, ਉਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਦਾ ਸਮਾਂ ਭਾਈ ਬਹਿਲੋ ਆ ਗਿਆ। ਤੇ ਆ ਗੁਰੂ ਨਾਨਕ ਦੇ ਘਰ ਆ ਕੇ ਉਸ ਅੰਮ੍ਰਿਤ ਨੂੰ ਪ੍ਰਾਪਤ ਕਰ ਲੈ। ਇਮ ਸੁਨ ਕੈ ਸਿੱਖ ਪੁਨੈ ਸਿਧਾਇਓ, ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਸਿੱਖ ਫਿਰ ਦੁਬਾਰਾ ਗਿਆ। ਸ਼੍ਰੀ ਗੁਰੂ ਕੋ ਫੁਰਮਾਨ ਬਤਾਇਓ, ਸਤਿਗੁਰੂ ਜੀ ਦੇ ਸਾਰੇ ਬਚਨ ਭਾਈ ਬਹਿਲੋ ਨੂੰ ਸੁਣਾਏ। ਅਨੇਕ ਜਨਮ ਕੋ ਮੇਲੀ ਆਹੇ, ਆਖਿਆ ਤੂੰ ਅਨੇਕਾਂ ਜਨਮਾਂ ਦਾ ਗੁਰੂ ਘਰ ਦਾ ਮੇਲੀ ਹੈ। ਮੁਕਤ ਹੋਣ ਕੋ ਜਾਚਿਤ ਰਹੇ, ਸਦਾ ਮੁਕਤੀ ਦੀ ਇੱਛਾ ਰੱਖਦਾ ਰਿਹਾ। ਸੋ ਅਬ ਸਮਾਂ ਪਹੁੰਚਿਓ ਆਏ, ਸਮਾਂ ਹੁਣ ਆਪ ਪਹੁੰਚਿਆ ਮੁਕਤ ਹੋਣ ਦਾ। ਗੁਰ ਟਿਕ ਚਲੋ ਲਿਓ ਸੋ ਪਾਏ, ਚਲੋ ਭਾਈ ਬਹਿਲੋ ਜੀ ਸਤਿਗੁਰਾਂ ਦੇ ਪਾਸ ਜਾ ਕੇ ਉਹ ਦਾਤ ਪ੍ਰਾਪਤ ਕਰ ਲਓ। ਸੁਨ ਬਹਿਲੋ ਚਕਰਿਤ ਹੋਏ ਰਹਿਓ, ਇਹ ਸੁਣ ਕੇ ਭਾਈ ਬਹਿਲੋ ਜੀ ਬੜੇ ਹੈਰਾਨ ਹੋਏ। ਕਿਤੀ ਬਾਰ ਸੋਚਿਤ ਪੁਨ ਕਹਿਓ, ਵਾਵਾ ਸਮਾਂ ਸੋਚਦੇ ਰਹੇ ਤੇ ਸੋਚ ਕੇ ਬੋਲੇ, ਮੈਂ ਅਗਿਆਨੀ ਜਾਣਤ ਨਾਈ। ਕਹਿੰਦੇ ਜੀ ਮੈਂ ਤਾਂ ਅਗਿਆਨੀ ਆ, ਮੈਨੂੰ ਨਹੀਂ ਪਤਾ ਵੀ ਕਿਹੜੇ ਜਨਮਾਂ ਦੀ ਗੱਲ ਗੁਰਦੇਵ ਕਰਦੇ ਨੇ। ਉਤੋ ਜਨਮ ਕਿਤ ਜਾਚਿਤ ਆਈ, ਪਤਾ ਨਹੀਂ ਕਿਹੜੇ ਜਨਮ ਹੋਏ ਨੇ ਮੇਰੇ ਤੇ ਕਿਹੜੇ ਜਨਮ 'ਚ ਮੈਂ ਗੁਰੂ ਕੋਲੋਂ ਮੰਗ ਕੀਤੀ ਹੈ। ਸਤਿਗੁਰ ਪਤਾ ਕੋਈ ਦਿਖਰਾਵੇ, ਗੁਰੂ ਸਾਹਿਬ ਮੈਨੂੰ ਕੋਈ ਨਿਸ਼ਾਨੀ ਵਿਖਾ ਦੇਣ ਕੋਈ ਪੂਰਬਲੇ ਜਨਮ ਦੀ, ਵੀ ਜਦੋਂ ਮੈਂ ਉਹਨਾਂ ਕੋਲੋਂ ਮੰਗ ਕੀਤੀ ਹੋਵੇ। ਨਿਜ ਸ਼ਕਤੀ ਕਰ ਮੋਏ ਬੁਲਾਵੇ, ਆਪਣੀ ਸ਼ਕਤੀ ਨਾਲ ਮੈਨੂੰ ਆਪਣੇ ਕੋਲ ਸੱਦ ਲੈਣ, ਬੁਲਾ ਲੈਣ। ਇਮ ਕੈ ਸਿੱਖ ਕੀ ਸੇਵਾ ਠਾਨੀ, ਏਦਾਂ ਕਹਿ ਕੇ ਭਾਈ ਬਹਿਲੋ ਨੇ ਸਿੱਖ ਦੀ ਸੇਵਾ ਟਹਿਲ ਕੀਤੀ। ਨਿਮਿਓ ਗੁਰੂ ਦਿਸ਼ ਮਨ ਕ੍ਰਮ ਬਾਨੀ, ਮਨ ਵਿੱਚ ਕਰਮ ਕਰਕੇ ਭਾਈ ਬਹਿਲੋ ਜੀ ਨਿਵੇਂ ਹੈ ਗੁਰੂ ਅਰਜਨ ਸਾਹਿਬ, ਜੇ ਤੁਸੀਂ ਸਰਬ ਸ਼ਕਤੀਮਾਨ ਹੋ ਤੇ ਫਿਰ ਆਪਣੀ ਸ਼ਕਤੀ ਨਾਲ ਮੈਨੂੰ ਆਪਣੇ ਕੋਲ ਸੱਦ ਲਓ, ਮੈਨੂੰ ਮੇਰੇ ਕਿਸੇ ਜਨਮ ਦੀ ਕੋਈ ਸੋਝੀ ਦੇ ਦਿਓ। ਭੋਰ ਪਿਓ ਸਿੱਖ ਕਰਿਓ ਵਿਸਰਜਨ, ਉਸ ਸਿੱਖ ਨੂੰ ਇਹ ਕਹਿ ਕੇ ਕਿ ਗੁਰੂ ਸਾਹਿਬ ਮੈਨੂੰ ਕੋਈ ਨਿਸ਼ਾਨੀ ਵਿਖਾ ਦੇਣ,
ਉਹਨੂੰ ਭੇਜ ਦਿੱਤਾ ਤੇ ਸਿੱਖ ਚਲਾ ਗਿਆ। ਹਾਥ ਬੰਦ ਕਹਿ ਬੋ ਬਿਨਤੀ ਪਨ, ਜਾ ਕੇ ਪੰਜਵੇਂ ਗੁਰਦੇਵ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਸਤਿਗੁਰ ਪਤਾ ਦੇਹੀਂ ਜਬ ਮੋਈ। ਮਹਾਰਾਜ ਜੀ ਭਾਈ ਬਹਿਲੋ ਜੀ ਕਹਿੰਦੇ ਵੀ ਸਤਿਗੁਰੂ ਜੀ ਜਦੋਂ ਮੈਨੂੰ ਕੋਈ ਪਤਾ ਦੱਸਣ, ਨਿਸ਼ਾਨੀ ਦੱਸਣ, ਤਬ ਆਵਨ ਨਿਸ਼ਚੇ ਤਿਤੋਈ। ਫਿਰ ਮੇਰਾ ਗੁਰੂ ਸਾਹਿਬ ਦੇ ਚਰਨਾਂ 'ਚ ਆਵਣਾ ਹੋਵੇਗਾ ਨਿਸ਼ਚੇ। ਯੋਂ ਸੁਨ ਗਇਓ ਸਿੱਖ ਗੁਰ ਪਾਸ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਜਾ ਕੇ ਸਿੱਖ ਨੇ ਏਦਾਂ ਅਰਦਾਸ ਬੇਨਤੀ ਕੀਤੀ। ਸਰਬ ਪਾਤ ਕੀ ਨਸਿ ਅਰਦਾਸ। ਸਰਬ ਪ੍ਰਕਾਰ ਨਾਲ ਬੇਨਤੀ ਕੀਤੀ ਭਾਈ ਬਹਿਲੋ ਜੀ ਵੱਲੋਂ। ਪਤਾ ਚੈਤ ਕਹਿ ਮੈਂ ਅਗਿਆਨੀ। ਮਹਾਰਾਜ ਭਾਈ ਬਹਿਲੋ ਜੀ ਕਹਿੰਦੇ ਮੈਂ ਕੋਈ ਪਤਾ ਚਾਹੁੰਦਾ ਗਿਆਨੀ ਆ, ਮੈਨੂੰ ਜਨਮ ਦੀ ਸੋਝੀ ਨਹੀਂ ਜਿਹੜੇ ਜਨਮ ਦੀ ਤੁਸੀਂ ਗੱਲ ਕਰਦੇ ਹੋ। ਪਾ ਅਧੀਨ ਕਹਿ ਬਿਨਤੀ ਬਾਨੀ। ਮਹਾਰਾਜ ਉਹਨੇ ਅਧੀਨ ਹੋ ਕੇ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਗੁਰਦੇਵ ਜੀ ਨੇ ਦਇਆ ਕੀਤੀ, ਭਾਈ ਬਹਿਲੋ ਜੀ ਨੂੰ ਆਪਣੇ ਚਰਨਾਂ ਦੀ ਸ਼ਰਨ ਸੱਦਿਆ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸ ਜੀ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਿਸਰ ਨਾਹੀਂ ਦਾਤਾਰ, 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 ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋ ਹੋ, ਨਾਨਕ ਚਾਹੋ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੀ ਸਦਾ ਬਬੇਕ, ਹੇ ਅਪਰੰਪਰ ਹਰ ਹਰੇ, ਹੈ ਪੀਓਵਣ ਹਾਰੇ, ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ, ਕੋਈ ਐ ਪਰੋਏ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤੇ ਨਿਆਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ
ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।